कृषि कानूनों के विरोध में किसान यूनियनों की तरफ से रेल रोको आंदोलन के कारण विभिन्न रेल ट्रैकों पर ट्रेनें रोकी गई। इसी कड़ी के अंतर्गत आज किसान संगठनों द्वारा दोपहर 12 से शाम 4 बजे तक ट्रेनें रोकी गईं। आज भारतीय किसान यूनियन बलवीर सिंह राज्यवाल की तरफ से जालंधर छावनी के रेलवे स्टेशन पर ट्रेनें रोकी जाएंगी। पंजाब दैनिक न्यूज से बात करते हुए किसान यूनियन के नेताओं ने बताया कि धरने को सफल बनाने के लिए वर्करों और ओहदेदारों ने भरपूर सहयोग देकर इस धरने को सफल बनाया है। यह धरना पूरी तरह सफल रहा है और सरकार को किसान मारू कानूनों को रद्द करना पड़ेगा। उन्होंने कहा कि स्थानीय लोग भी अपने अपने के क्षेत्रों में ट्रेन रोकेंगे। आज सिर्फ सांकेतिक रूप से ही ट्रेनें रोकी गई हैं। इस दौरान इंजन पर फूल माला चढ़ाने के साथ चालक को फूल दिए गए और यात्रियों को लंगर भी खिलाया गया। इस मौके पर पुलिस प्रशासन और सिविल प्रशासन द्वारा किसी भी स्थिति से निपटने के लिए पुख्ता प्रबंध किए गए थे। ट्रेन में सवार यात्रियों ने नाच गाकर अपना टाइम पास किया। लोगों ने भी मोदी सरकार से अपील की कि वह इन 3 कृषि कानूनों को जल्द से जल्द रद्द करे और इस आंदोलन को समाप्त करवाए, जिससे कि किसानों को आ रही परेशानियों का समाधान हो सके। पंजाब दैनिक न्यूज़ के लिए अनिल कुमार के साथ मुनीश तोखी की विशेष रिपोर्ट। किसान जथेबंदियां ਵੱਲੋਂ ਅੱਜ रेलवे ट्रैक के उपर रेल रोको अंदोलन किया जा रहा है 4 घंटे 12 तो लैके 4 बजे तक। गल करांगे बलदीप सिंह नूरपुरी जां, दसो जी किदां अंदोलन किया जा रहा ਅੱਜ ਸੰਯੁਕਤ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਰੇ ਦੇਸ਼ ਵਿੱਚ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਜਿਹੜੀਆਂ ਰੋਕੀਆਂ ਜਾ ਰਹੀਆਂ ਤਾਂ ਕਿ ਮੋਦੀ ਸਰਕਾਰ ਨੂੰ ਇਸ ਗੱਲ ਦੀ ਤਾੜਨਾ, ਇਸ ਗੱਲ ਦੀ ਵਾਰਨਿੰਗ ਦਿੱਤੀ ਜਾਵੇ ਕਿ ਜਿਹੜੇ ਕਾਲੇ ਕਾਨੂੰਨ ਤੂੰ ਬਣਾਏ ਆ, ਕਿਸਾਨ ਵਿਰੋਧੀ ਆ, ਮਜ਼ਦੂਰ ਵਿਰੋਧੀ ਆ, ਦੁਕਾਨਦਾਰ ਵਿਰੋਧੀ ਆ, ਉਹਨਾਂ ਕਾਨੂੰਨਾਂ ਨੂੰ ਫੌਰੀ ਤੌਰ ਤੇ ਰੱਦ ਕਰੇ, ਉਹਨਾਂ ਨੂੰ ਵਾਪਸ ਲਵੇ ਤੇ ਕਿਸਾਨਾਂ ਲਈ ਜਿਹੜਾ MSP ਦਾ ਕਾਨੂੰਨ ਆ ਉਹ ਬਣਾਵੇ। ਉਹਦਾ ਖਰੜਾ ਸਾਰੇ ਦੇਸ਼ ਦੇ ਕਿਸਾਨਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਤੱਕ ਭੇਜਿਆ ਜਾਵੇ, ਉਹਨਾਂ ਦੀਆਂ ਰਹਿਆਂ ਦੇ ਮੁਤਾਬਕ MSP ਦਾ ਕਾਨੂੰਨ ਜਿਹੜਾ ਉਹ ਬਣਾਇਆ ਜਾਵੇ। ਅੱਜ ਦਾ ਇਹ ਸੱਦਾ ਕਿਸਾਨ ਸੰਯੁਕਤ ਮੋਰਚੇ ਵੱਲੋਂ ਸਾਰੇ ਦੇਸ਼ ਵਿੱਚ 4 ਘੰਟੇ ਰੇਲਾਂ ਜਾਮ ਕਰਨ ਲਈ ਦਿੱਤਾ ਗਿਆ ਆ। ਅੰਦੋਲਨ ਕਮਜ਼ੋਰ ਹੋ ਰਿਹਾ, ਆਮ ਲੋਕੀ ਕਹਿ ਰਹੇ ਨੇ, ਤੁਹਾਡਾ ਕੀ ਮੰਨਣਾ? ਦੇਖੋ, ਜਿਹੜੇ ਸਾਡੇ ਵਿਰੋਧੀ ਆ ਉਹ ਤਾਂ ਇਹ ਗੱਲ ਕਹਿਣਗੇ ਕਿ ਅੰਦੋਲਨ ਕਮਜ਼ੋਰ ਹੋ ਰਿਹਾ, ਲੇਕਿਨ ਅੰਦੋਲਨ ਕਮਜ਼ੋਰ ਨਹੀਂ ਹੋ ਰਿਹਾ। ਅੰਦੋਲਨ ਅੱਗੇ ਨਾਲੋਂ ਵੀ ਤੇਜ਼ੀ ਨਾਲ ਜਿਹੜਾ ਆ ਉਹ ਮਜ਼ਬੂਤ ਹੋ ਰਿਹਾ ਔਰ ਸਰਕਾਰ ਨੂੰ ਮਜਬੂਰ ਕਰਕੇ ਹਟਾਂਗੇ ਕਿ ਸਰਕਾਰ ਜਿਹੜੀ ਆ ਇਹ ਕਾਲੇ ਕਾਨੂੰਨ ਰੱਦ ਕਰੇ ਔਰ ਕਾਲੇ ਕਾਨੂੰਨ ਰੱਦ ਕਰਕੇ ਜਿਹੜੇ ਆ ਉਹ ਫੌਰੀ ਤੌਰ ਤੇ ਕਿਸਾਨਾਂ ਨੂੰ ਜਿਹੜੀ ਰਾਹਤ ਆ ਉਹ ਦਵੇ। ਇਹ ਇਸ ਕਰਕੇ ਇਹ ਰੱਦ ਦੂਜਾ ਘਟ ਨਹੀਂ ਰਿਹਾ, ਮੋਰਚਾ ਜਿਹੜਾ ਅੱਗੇ ਨਾਲੋਂ ਜ਼ਿਆਦਾ ਭਖ ਰਿਹਾ। ਇਹਦੇ ਵਿੱਚ ਜਿੱਥੇ ਇਕੱਲੇ ਕਿਸਾਨ ਨਹੀਂ, ਕਿਸਾਨਾਂ ਦੇ ਨਾਲ ਹੁਣ ਜਿਹੜੇ ਪਿੰਡਾਂ ਦੇ ਖੇਤ ਮਜ਼ਦੂਰ ਆ, ਪਿੰਡਾਂ ਦੇ ਦੁਕਾਨਦਾਰ ਆ, ਵੱਡੀ ਪੱਧਰ ਤੇ ਉਹ ਜਾਗਰੂਕ ਹੋ ਕੇ ਜਿਹੜੇ ਆ ਉਹ ਇਸ ਲੜਾਈ ਵਿੱਚ ਸ਼ਾਮਲ ਹੋ ਰਹੇ ਆ। ਕਿੰਨੀ ਦੇਰ ਹੋ ਚੱਲੇਗਾ ਸੰਘਰਸ਼? ਤੁਹਾਨੂੰ ਕਿੰਨੀ ਦੇਰ ਲੱਗਦਾ? ਦੇਖੋ, ਜਿੰਨਾ ਚਿਰ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਇਹ ਸੰਘਰਸ਼ ਸਾਡਾ ਜਾਰੀ ਰਹੇਗਾ। ਅਕਤੂਬਰ ਤੱਕ ਕਹਿ ਹੀ ਦਿੱਤਾ ਆ,
ਅਸੀਂ ਵਿਸਾਖੀ ਵੀ ਉੱਥੇ ਤੇ ਦੀਵਾਲੀ ਤੱਕ ਦਾ ਸਾਡਾ ਵੀ ਤਹਈਆ ਆ ਵੀ ਜਿੰਨਾ ਚਿਰ ਸਰਕਾਰ ਨਾ ਮੰਨੀ ਉਹਨਾਂ ਚਿਰ ਅਸੀਂ ਇਹ ਜਿਹੜਾ ਮੋਰਚਾ ਆ ਸਾਡਾ ਇਹ ਉੱਥੇ ਜਾਰੀ ਰਹੇਗਾ ਕਾਨੂੰਨ ਰੱਦ ਹੁੰਦੇ ਤੱਕ। ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਡਟ ਕੇ ਜਿਹੜੀ ਆ ਉਹ ਲੜਾਈ ਲੜਾਂਗੇ। ਮੋਦੀ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਾਨੂੰਨ ਸਹੀ ਨੇ, ਤੁਹਾਡਾ ਕੀ ਕਹਿਣਾ? ਦੇਖੋ ਮੋਦੀ ਸਰਕਾਰ ਤਾਂ ਹਰ ਗੱਲ ਆਪਣੀ ਨੂੰ ਸਹੀ ਕਰਦੀ ਆ। ਕਾਲਾ ਧਨ ਲਿਆਉਣਾ ਸੀ ਉਹ ਨਹੀਂ ਲਿਆਂਦਾ, 15 ਲੱਖ ਰੁਪਈਆ ਦੇਣਾ ਸੀ ਉਹ ਨਹੀਂ ਦਿੱਤਾ, ਜੋ ਉਹਨਾਂ ਨੇ 2 ਕਰੋੜ ਨੌਕਰੀਆਂ ਦੇਣੀਆਂ ਸੀ ਉਹ ਨਹੀਂ ਦਿੱਤਾ, ਕਿਉਂਕਿ ਝੂਠ ਬੋਲਣ ਦਾ ਬੀਜੇਪੀ ਦੀ ਸਰਕਾਰ ਜਿਹੜੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਆ ਇਹਨਾਂ ਦਾ ਕੰਮ ਝੂਠ ਬੋਲਣਾ। ਝੂਠ ਦੇ ਬਹੁਤ ਵੱਡੇ ਇਹ ਖਿਲਾੜੀ ਆ, ਇਹਨਾਂ ਦਾ ਕੰਮ ਝੂਠ ਹੀ ਬੋਲਣਾ। ਇਹਨਾਂ ਨੂੰ ਝੂਠ ਤੋਂ ਸਿਵਾ ਹੋਰ ਕੋਈ ਗੱਲ ਆਉਂਦੀ ਨਹੀਂ। ਔਰ ਲੋਕ ਜਿਹੜੇ ਆ ਉਹ ਲਗਾਤਾਰ ਉਹ ਮਰ ਰਹੇ ਆ, ਲੋਕ ਬੇਰੁਜ਼ਗਾਰ ਆ, ਲੋਕਾਂ ਨੂੰ ਰੋਟੀ ਰੋਜੀ ਦਾ ਸੈਂਸਾ ਆ ਤੇ ਇਹਨਾਂ ਨੂੰ ਝੂਠ ਬੋਲਣ ਤੋਂ ਸਿਵਾ ਹੋਰ ਕੋਈ ਕੰਮ ਨਹੀਂ। ਪੰਜਾਬ ਦੇ ਵਿੱਚ ਨਿਕਾਏ ਚੁਣਾਵ ਹੋਏ ਨੇ, ਬੀਜੇਪੀ ਜਿਹੜੀ ਬੁਰੀ ਤਰ੍ਹਾਂ ਹਾਰੀ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਜਿਹੜੀਆਂ ਨਗਰ ਪੰਚਾਇਤ ਮਿਊਨਿਸਪੈਲਿਟੀ ਦੀਆਂ ਚੋਣਾਂ ਸਾਰੇ ਪੰਜਾਬ ਵਿੱਚ ਹੋਈਆਂ, ਜਿਨ੍ਹਾਂ ਵਿੱਚੋਂ ਬਹੁਤ ਬੁਰੀ ਤਰ੍ਹਾਂ ਬੀਜੇਪੀ ਹਾਰੀ ਆ, ਉਹ ਇਸ ਕਿਸਾਨ ਅੰਦੋਲਨ ਦੀ ਦੇਣ ਆ। ਕਿਸਾਨ ਅੰਦੋਲਨ ਨੇ ਲੋਕਾਂ ਨੂੰ ਜਾਗਰੂਕ ਕੀਤਾ ਆ, ਲੋਕਾਂ ਨੂੰ ਇਸ ਗੱਲ ਲਈ ਦੱਸਿਆ ਕਿ ਬੀਜੇਪੀ ਦੀ ਨੀਤੀ ਕੀ ਆ। ਉਸ ਨੀਤੀ ਦਾ ਕਰਕੇ ਹੀ ਉਹ ਨੀਤੀ ਤੋਂ ਲੋਕੀ ਜਾਣੂ ਕਰਾਏ ਆ, ਜਿਸ ਕਰਕੇ ਲੋਕਾਂ ਨੇ ਵੱਡੀ ਪੱਧਰ ਤੇ ਜਿਹੜਾ ਬੀਜੇਪੀ ਦਾ ਸਾਰੇ ਪੰਜਾਬ 'ਚ ਸਫਾਇਆ ਕੀਤਾ ਔਰ ਦੂਜੇ ਲੋਕਾਂ ਨੂੰ ਜਿਹੜੀਆਂ ਵੋਟਾਂ ਉਹ ਪਾ ਕੇ ਜਿਤਾਇਆ ਆ। ਬੀਜੇਪੀ ਦੀ ਹਾਰ ਹੋਈ ਆ। ਪਰਮਜੀਤ ਰਾਏਪੁਰ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਕਿੱਦਾਂ ਦੇਖਦੇ ਹੋ ਸੰਘਰਸ਼ ਨੂੰ, ਕਿਸਾਨ ਸੰਘਰਸ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਕਿਸਾਨ ਸੰਘਰਸ਼ ਕਈ ਮਹੀਨਿਆਂ ਤੋਂ ਪਹਿਲਾਂ ਪੰਜਾਬ 'ਚ ਚੱਲਦਾ ਰਿਹਾ, ਕਿਸਾਨ ਰੇਲਵੇ ਲਾਈਨਾਂ ਤੇ ਬੈਠੇ ਰਹੇ। ਹੁਣ ਉੱਥੇ ਵੀ 3 ਮਹੀਨੇ ਹੋ ਗਏ ਦਿੱਲੀ ਜਾ ਕੇ ਸਿੰਘੂ ਬਾਰਡਰ ਤੇ ਤਾਂ ਹੋਰ ਬਾਰਡਰਾਂ ਤੇ ਬੈਠਿਆਂ ਨੂੰ। ਪਰ ਇਹਦਾ ਆਪਾਂ ਦੇਖਿਆ ਹੀ ਆ ਵੀ ਜੇ ਪਿਛਲੀ ਉਹ 26 ਜਨਵਰੀ ਨੂੰ ਜਦੋਂ ਸਾਰਿਆਂ ਨੇ ਕਾਲ ਦਿੱਤੀ ਸੀ ਵੀ ਉੱਥੇ ਆਪਾਂ ਲੱਖਾਂ ਦੀ ਗਿਣਤੀ 'ਚ ਟਰੈਕਟਰ ਜਾਣੇ ਆ, ਇਸੇ ਤਰ੍ਹਾਂ ਉੱਥੇ ਲੱਖਾਂ ਦੀ ਗਿਣਤੀ 'ਚ ਟਰੈਕਟਰ ਗਏ। ਪਰ ਉਹ ਕਿਸਾਨ ਜਿਹੜੀ ਆ ਸਰਕਾਰ, ਕੇਂਦਰ ਸਰਕਾਰ ਆ, ਆਪਣੀ ਇਹਨਾਂ ਨੂੰ ਚਾਲ 'ਚ ਫਸਾ ਕੇ ਜਿਸ ਤਰ੍ਹਾਂ ਉਹ ਲਾਲ ਕਿਲੇ ਲੈ ਗਏ, ਪਰ ਫੇਰ ਵੀ ਇਹ ਜਿਹੜਾ ਆ ਜੋਸ਼ ਮੱਠਾ ਨਹੀਂ ਹੋਇਆ। ਆਪਾਂ ਦੇਖਿਆ ਵੀ ਉਹ ਰਕੇਸ਼ ਟਕੈਤ ਨੇ ਜੇ ਇੱਕ ਵਾਰੀ ਭਾਵਕ ਹੋਇਆ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਕਿਸਾਨ ਤੁਰ ਪਏ। ਹੁਣ ਵੀ ਜਿਸ ਤਰ੍ਹਾਂ ਉਹ ਜੋ ਇਹ ਕਿਸਾਨ ਦੀ ਇਹਨਾਂ ਦੀ ਚਾਲ ਆ, ਆਪਾਂ ਦੇਖਿਆ ਵੀ ਇਹਦਾ ਹੀ ਨਤੀਜਾ ਕੱਲ ਹੋਇਆ ਤੇ ਲੋਕਾਂ ਨੇ ਇਹਨਾਂ ਨੂੰ ਬੀਜੇਪੀ ਨੂੰ ਬਿਲਕੁਲ ਨਕਾਰ ਦਿੱਤਾ। ਇਸੇ ਤਰ੍ਹਾਂ ਦੇਸ਼ ਵਿੱਚੋਂ ਵੀ ਨਹੀਂ ਨਕਾਰ ਦੇਣਾਗਾ। ਜੇ ਉਹਨਾਂ ਨੂੰ ਇਸ ਗੱਲ ਦਾ ਮਾਣ ਹੋਵੇ ਵੀ ਪਿਛਲੀ ਵਾਰੀ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਤੇ ਲੋਕਾਂ ਦੇ ਉਹ ਖਿਲਾਫ ਚੱਲ ਗਏ ਆ। ਸਾਨੂੰ ਇਹ ਬੜਾ ਮਾਣ ਆ ਵੀ ਸਾਡੇ ਇਲਾਕੇ ਦੇ ਬੰਦੇ ਵੀ ਆ, ਜਿੱਥੇ ਫਗਵਾੜਾ ਦੁਆਬਾ ਕਥਾਂਬੀ ਕੇ ਜੋ ਦੁਆਬੇ ਵਾਲੇ ਆ, ਬੀਕੇ ਜੋ ਰਾਜੋਵਾਲ ਵਾਲੇ ਆ, ਤੇ ਬੜੀ ਵੱਡੀ ਗਿਣਤੀ 'ਚ ਜਾਂਦੇ ਆ। ਉਸੇ ਤਰ੍ਹਾਂ ਹੀ ਸਾਡਾ ਭਤੀਜਾ ਤਨਮਨਜੀਤ ਸਿੰਘ ਢੇਸੀ ਜੋ ਇੰਗਲੈਂਡ 'ਚ ਆ, ਵੀ ਉਹਨੇ ਵੀ ਪਿਛਲੀ ਵਾਰੀ ਵੀ 26 ਜਨਵਰੀ ਤੇ ਉੱਥੇ ਦੇ ਪ੍ਰਧਾਨ ਮੰਤਰੀ ਨੇ ਆਉਣਾ ਸੀਗਾ, ਉਹਨਾਂ ਦੇ ਦਬਾਅ ਕਰਕੇ ਨਹੀਂ ਆਇਆ ਸੀ ਤੇ ਹੁਣ ਵੀ ਉਹ ਇਸ ਗੱਲ ਤੇ ਉਹਨਾਂ ਨੂੰ ਘੇਰਦੇ ਰਹਿੰਦੇ ਆ। ਇਹ ਇਕੱਲਾ ਪੰਜਾਬ ਦਾ ਨਹੀਂ, ਜਿੱਥੇ ਸਾਰੇ ਦੇਸ਼ ਦਾ ਹੋ ਚੁੱਕਾ ਆ ਅੰਦੋਲਨ, ਸਾਰੇ ਦੁਨੀਆ ਦਾ ਹੋ ਚੁੱਕਾ। ਜਿੱਥੇ ਵੀ ਪੰਜਾਬੀ ਬੈਠੇ ਆ, 40 ਮੁਲਕਾਂ ਤੋਂ ਜ਼ਿਆਦਾ ਉੱਥੇ ਅੰਬੈਸੀਆਂ ਨੂੰ ਸਾਡੇ ਉੱਥੇ ਵੀਰਾਂ ਨੇ ਭੈਣਾਂ ਨੇ ਘੇਰਿਆ ਤੇ ਗਾਂ ਵੀ ਆਸ ਆ ਵੀ ਜੇ ਐਡਾ ਵੱਡਾ ਅੰਦੋਲਨ ਲੰਮਾ ਚੱਲਦਾ, ਇਹ ਵਿਦੇਸ਼ੀ ਭੈਣ ਭਰਾਵਾਂ ਦੇ ਸਿਰ ਤੇ ਜ਼ਿਆਦਾ ਚੱਲਦਾ ਆ। ਹੁਣ ਵੀ ਆਸ ਆ ਵੀ ਉਹ ਡਟ ਕੇ ਸਾਡੇ ਨਾਲ ਖੜੇ ਆ। ਹੁਣ ਸਾਡੇ ਬੱਚੇ ਵੀ ਇਹ, ਕਿਉਂਕਿ ਸਾਡੇ ਬੱਚਿਆਂ ਦਾ ਭਵਿੱਖ ਆ ਤੇ ਇਹਦੇ ਕਰਕੇ ਜਿਹੜੇ ਡਟ ਕੇ ਇਹ ਭਾਵੇਂ ਸਾਲ ਚੱਲੇ 6 ਮਹੀਨੇ ਚੱਲੇ, ਉਦੋਂ ਜ਼ਿਆਦਾ ਇਹ ਜਨ ਅੰਦੋਲਨ ਹੋ ਜਾਂਦਾ। ਮੈਂ ਬੇਨਤੀ ਕਰੂੰਗਾ ਕੇਂਦਰ ਦੀ ਸਰਕਾਰ ਨੂੰ ਕਿ ਸਾਰਿਆਂ ਨੇ ਰਲ ਕੇ ਸਰਕਾਰ ਬਣਾਈ ਆ, ਤੁਸੀਂ ਕਿਸਾਨਾਂ ਦੀ ਸੁਣਨੀ ਚਾਹੀਦੀ ਆ। ਜਿਹੜੀ ਗੱਲ ਕਹਿੰਦੇ ਆ ਅਸੀਂ ਉਹ ਤਾਂ ਤੁਸੀਂ ਮੰਨਦੇ ਨਹੀਂ, ਤੁਸੀਂ ਧੱਕੇ ਨਾਲ ਸਾਡੇ ਤੇ ਥੋਪਣ ਡਏ ਆ ਵੀ ਇਹ ਨਹੀਂ ਕਰਨਾ ਚਾਹੀਦਾ।
ਇਸ ਕਰਕੇ ਤਿੰਨੇ ਜਿਹੜੇ ਕਾਲੇ ਕਾਨੂੰਨ ਆ ਆਰਡੀਨੈਂਸ ਆ ਇਹ ਵਾਪਸ ਲੈ ਲੈਣੇ ਚਾਹੀਦੇ ਆ। ਸਾਡੇ ਉੱਥੇ ਬਜ਼ੁਰਗ ਆ, ਮਾਤਾਵਾਂ ਆ, ਬੱਚੇ ਆ, ਸਾਰੇ ਨੌਜਵਾਨ ਆ, ਸਾਰੇ ਬੈਠੇ ਆ ਉੱਥੇ। ਉਹ ਸੁੱਖ ਵੇਲੇ ਆਪਣੇ ਘਰ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਲੱਗਦਾ ਹੈ ਇਹ ਅੰਦੋਲਨ ਕਮਜ਼ੋਰ ਹੋ ਰਿਹਾ, ਲੱਗਦਾ ਕੁਛ ਇਦਾਂ ਦਾ? ਨਹੀਂ, ਅੰਦੋਲਨ ਸਰਕਾਰ ਆਪਣੀਆਂ ਚਾਲਾਂ ਚੱਲਦੀ ਆ ਕਮਜ਼ੋਰ ਕਰਨ ਲਈ। ਆਪਾਂ ਦੇਖਿਆ 26 ਜਨਵਰੀ ਤੋਂ ਬਾਅਦ ਅੱਗੇ ਨੂੰ ਅੰਦੋਲਨ ਤਕੜਾ ਹੋਇਆ। ਅੱਜ ਵੀ ਅਸੀਂ ਕਿਸੇ ਨੂੰ ਕਹਿੰਦੇ ਨਹੀਂ, ਆਪਣੇ ਆਪ ਵੀਰਾਂ ਘੱਟ ਕੇ ਲੋਕੀ ਆਉਂਦੇ ਆ। ਤੇ ਅਸੀਂ ਉਹ ਜਿਹੜੀਆਂ ਇਲੈਕਸ਼ਨਾਂ 'ਚ ਤਾਂ ਬੰਦੇ ਹੋਰ ਤਰੀਕੇ ਨਾਲ ਜਾਂਦੇ ਹੁੰਦੇ ਆ, ਜਿਹੜੇ ਜਾਂਦੇ ਆ ਆਪਾਂ ਦੇਖਿਆ ਹੀ ਆ, ਜਿਹੜੇ ਦਿੱਲੀ ਵੀ ਜਾਂਦੇ ਆ ਕਿਸ ਤਰ੍ਹਾਂ ਘਰ 'ਚ ਪਾਵੇ ਆਪਣੇ ਮਕਾਨਾਂ 'ਚ ਕੋਠੀਆਂ ਜੋ ਰਹਿੰਦੇ ਆ ਉੱਥੇ ਜਾ ਕੇ ਟਰਾਲੀ 'ਚ ਜਾ ਕੇ ਸੌਂਦੇ ਆ। ਉਹ ਆਪਣੇ ਮਨੋਂ ਜਾਂਦੇ ਸਾਰੇ। ਇਹ ਕਮਜ਼ੋਰ ਹੋਣ ਵਾਲੀ ਗੱਲ ਨਹੀਂ। ਇਹ ਇਕੱਲਾ ਕਿਸਾਨਾਂ ਦਾ ਨਹੀਂਗਾ, ਇਹ ਮਜ਼ਦੂਰ ਵੀ ਨਾਲ ਆ। ਨਾਲ ਹੀ ਆ ਜਦੋਂ ਅਸੀਂ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਜਿਹੜੀ ਕਣਕ ਅਸੀਂ 20 ਰੁਪਏ ਨੂੰ ਲੈਂਦੇ ਆ ਸਾਨੂੰ 80 ਰੁਪਏ ਨੂੰ ਮਿਲਣੇ ਆ। ਇੱਦਾਂ ਹੀ ਬਾਕੀ ਸਬਜ਼ੀਆਂ ਦਾ ਆ। ਇਸ ਕਰਕੇ ਇਹ ਸਾਰੇ ਨਾਲ ਜੁੜੀ ਜਾਂਦੇ ਆ, ਇਹ ਕਮਜ਼ੋਰ ਨਹੀਂ ਹੋਣਾ। ਮਨਜੀਤ ਸਿੰਘ ਟਰਾਂਸਪੋਰਟਰ ਜੀ ਸਾਡੇ ਨਾਲ ਮੌਜੂਦ ਨੇ। ਮਨਜੀਤ ਸਿੰਘ ਜੀ, ਕਿੱਦਾਂ ਦੇਖਦੇ ਹੋ ਸੰਘਰਸ਼ ਨੂੰ, ਕਿੱਦਾਂ ਦੇਖਦੇ ਹੋ ਸੰਘਰਸ਼ ਨੂੰ? ਸੰਘਰਸ਼ ਪੂਰਾ ਜੋਬਨ ਤੇ ਆ। ਮੋਦੀ ਗਵਰਨਮੈਂਟ ਨੇ ਮੁਲਕ ਨੂੰ ਅਰਾਜਕਤਾ ਵੱਲ ਧੱਕਿਆ ਹੋਇਆ 5-6 ਸਾਲ ਤੋਂ। ਸਾਨੂੰ ਬਹੁਤ ਉਮੀਦਾਂ ਸੀ ਮੋਦੀ ਗਵਰਨਮੈਂਟ ਤੋਂ ਵੀ ਮੁਲਕ ਦੀ ਭਲਾਈ ਲਈ ਇਹ ਬਹੁਤ ਕੁਝ ਕਰਨਗੇ, ਲੇਕਿਨ ਉਧਰ ਤੁਰਨ ਦੀ ਬਜਾਏ ਸਭ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਇਕਨੋਮੀ ਮਾਰਿਆ ਕਿ ਇਹਨਾਂ ਨੇ ਨੋਟਬੰਦੀ ਕੀਤੀ। ਉਹਦੇ 'ਚ ਅਰਬਾਂ ਖਰਬਾਂ ਦਾ ਆਮ ਲੋਕਾਂ ਦਾ ਤੇ ਵਪਾਰੀ ਲੋਕਾਂ ਦਾ ਨੁਕਸਾਨ ਹੋਇਆ। ਫਿਰ ਇਹਨਾਂ ਨੇ GST ਬਿਨਾਂ ਤਿਆਰੀ ਤੋਂ ਲਾਗੂ ਕੀਤੀ, ਉਹਦੇ ਨਾਲ ਬਹੁਤ ਨੁਕਸਾਨ ਹੋਇਆ। CNN ਲੈਣ ਦਾ ਅੰਦੋਲਨ ਆਪ ਗਵਰਨਮੈਂਟ ਪੈਦਾ ਕਰ ਰਹੀ ਆ ਆਪ। ਫਿਰ ਇਹਨਾਂ ਨੇ ਹੁਣ ਜੋ ਕਿਸਾਨ ਵਿਰੋਧੀ ਲਾਅਜ਼ ਲਿਆਂਦੇ ਆ, ਕਿਸੇ ਕਿਸਾਨ ਜਥੇਬੰਦੀ ਨੂੰ ਵਿੱਚ ਨਹੀਂ ਬਿਠਾਇਆ। ਇਹ ਟਰੇਡਰਸ ਵਾਸਤੇ ਜਿਹੜੇ ਆ ਟ੍ਰੇਡ ਐਂਡ ਕਮਰਸ ਜਿਹੜਾ ਇਹਨਾਂ ਨੇ ਲਾਅ ਲਿਆਂਦੇ ਹੈਗੇ ਆ, ਟੋਟਲੀ ਕਿਸਾਨਾਂ ਦੇ ਅਗੇਂਸਟ ਜਾਂਦੇ ਆ। ਮੈਂ ਇੱਕ ਕਿਸਾਨ ਦਾ ਪੋਤਾ ਆ। ਮੇਰੇ ਫਾਦਰ ਨੇ ਵੀ ਟਰਾਂਸਪੋਰਟ ਦੇ ਬਿਜ਼ਨਸ ਤੋਂ ਪਹਿਲਾਂ ਕਿਸਾਨੀ ਕੀਤੀ ਔਰ ਮੈਨੂੰ ਪਤਾ ਕਿਸਾਨ ਦੀ ਹਾਲਤ ਜੋ ਤਰਸਯੋਗ ਹੈ ਉਹ ਮੈਂ ਆਪਣੀਆਂ ਅੱਖਾਂ ਨਾਲ ਦੇਖੀ ਹੈਗੀ ਆ। ਹੁਣ ਕੀ ਹੋਣਾ, ਪੰਜਾਬ ਤੇ ਹਰਿਆਣਾ ਇਹਦੇ ਵਿੱਚ ਜਿਹੜੀਆਂ ਸਾਡੀਆਂ ਸਰਕਾਰਾਂ ਸਟੇਟ ਦੀਆਂ, ਇਹਨਾਂ ਨੇ ਮੰਡੀ ਸਿਸਟਮ, ਮੰਡੀਕਰਨ ਸਿਸਟਮ ਬਹੁਤ ਬਣਾਇਆ ਹੈਗਾ। ਥਾਂ ਥਾਂ ਮੰਡੀਆਂ ਫੋਕਲ ਪੁਆਇੰਟ। ਜਦੋਂ ਇਹ ਪ੍ਰਾਈਵੇਟ ਮੰਡੀਆਂ ਮੋਦੀ ਗਵਰਨਮੈਂਟ ਲੈ ਕੇ ਆਊਗੀ, ਉਹਦੇ ਨਾਲ ਕੀ ਹੋਊਗਾ, ਸਾਡੀਆਂ ਸਰਕਾਰੀ ਜਿਹੜੀਆਂ ਮੰਡੀਆਂ ਆ ਇਹ ਫੇਲ ਹੋਣਗੀਆਂ, ਸਰਕਾਰੀ ਖਰੀਦ ਬੰਦ ਹੋ ਜਾਣੀ ਆ, ਡਿਵੈਲਪਮੈਂਟ ਵੀ ਬੰਦ ਹੋਊਗੀ ਤੇ ਕਿਸਾਨ ਨੂੰ ਇੱਦਾਂ ਵਪਾਰੀਆਂ ਦੇ ਮਗਰ ਆਪਣੀ ਹੱਥ ਤੇ ਰੱਖ ਕੇ ਜਿਹੜੀ ਫਸਲ ਲੈ ਕੇ ਜਾਣੀ ਪਊਗੀ। ਆ ਮੇਰੀ ਸਿਲੈਕਟ ਕਰ ਲਓ, ਮੇਰੀ ਕਰ ਲਓ। ਹੁਣ ਜਿਹੜੇ ਆ ਸਰਕਾਰੀ, ਚਾਹੇ FCI ਆ, ਬਨ ਗ੍ਰੇਨ ਆ, ਫੂਡ ਗ੍ਰੇਨ ਆ, ਮਾਰਕ ਫੈਡ ਆ, ਬਨ ਸੱਪ ਆ, ਇਹ ਜਿਹੜੀਆਂ ਆ ਮੰਡੀਆਂ ਦੇ ਵਿੱਚੋਂ ਜਿਣਸ ਖਰੀਦੀਆਂ। ਫਿਰ ਕੀ ਹੋਣਾ, ਜਦੋਂ ਪ੍ਰਾਈਵੇਟ ਅਦਾਰਿਆਂ ਨੇ ਘੱਟ ਰੇਟ ਤੇ ਖਰੀਦਣੀ ਆ, ਆਪਣੇ ਗੋਦਾਮਾਂ 'ਚ ਸਟਾਕ ਕਰਕੇ ਤੇ ਜਮਾਖੋਰੀ ਕਰੂਗੇ। ਆਮ ਨਾਗਰਿਕ ਜਿਹੜਾ ਆ ਗਰੀਬ ਲੋਕ ਬੈਠੇ ਆ ਪਾਟੜੇ ਸਿੱਖ, ਇਹ ਵਿਚਾਰੇ ਗਰੀਬ ਲੋਕ ਜਿਹੜੇ ਆ ਰੋਜ਼ ਰੋਟੀ ਕਮਾ ਕੇ ਲਿਆਉਂਦੇ ਆ ਤੇ ਰਾਸ਼ਨ ਲੈਂਦੇ, ਇਹ ਲੋਕ ਮਰਨਗੇ, ਗਰੀਬ ਲੋਕ ਮਰਨਗੇ, ਕਿਸਾਨ ਮਰੂਗਾ। ਔਰ ਜਿੱਥੇ ਅਡਾਨੀਆਂ ਨੇ ਸੈਲੋ ਬਣਾਏ ਆ, ਇਹਨਾਂ ਨੇ ਗਵਰਨਮੈਂਟ ਨੇ ਉਹਨਾਂ ਨੂੰ ਰੇਲ ਵੀ ਦੇਤੀ, ਪ੍ਰਾਈਵੇਟ ਕਰਤੀ। ਉੱਥੇ ਜਿਹੜੇ ਸੈਲੋ ਆ ਉੱਥੇ ਰੇਲ ਲੈਣ ਜਾਊਗੀ, ਰੇਲ ਲੈਣ ਜਾਊਗੀ, ਉੱਥੋਂ ਡਾਇਰੈਕਟ ਇਹ ਮਾਲ ਲੱਦਣਗੇ, ਆਪਣੀਆਂ ਸਟੇਟਾਂ 'ਚ ਲਿਜਾ ਕੇ ਸਟਾਕ ਕਰੂਗੇ। ਸਾਡੇ ਟਰਾਂਸਪੋਰਟਰਾਂ ਦੇ ਟਰੱਕ ਜਿਹੜੇ ਆ ਉਹ ਇਹ ਮਾਲ ਢੋਣ ਤੋਂ ਵਾਂਝੇ ਰਹਿ ਜਾਣਗੇ। ਸਾਵੇਂ ਅਸੀਂ ਮੰਡੀਆਂ ਦੇ ਵਿੱਚੋਂ, ਸਰਕਾਰੀ ਮੰਡੀਆਂ 'ਚੋਂ ਝੋਨਾ, ਕਣਕ ਅਸੀਂ ਜਿਹੜੀ ਆ ਢੋਨੇ ਆ, ਸਰਕਾਰੀ ਗੋਦਾਮਾਂ 'ਚ ਲਿਜਾਂਦੇ ਆ। ਮੋਦੀ ਸਾਹਿਬ ਨੇ ਜਦੋਂ ਦੀ ਗਵਰਨਮੈਂਟ ਸੰਭਾਲੀ ਆ, ਸਾਰੇ ਜਿਹੜੇ ਅਦਾਰੇ ਇਹ ਕਹਿੰਦੇ ਆ ਫੇਲ ਹੋ ਗਏ। BSNL ਅੱਜ ਤੱਕ 4G ਨਹੀਂ ਬਣਾ ਸਕਿਆ, ਉਹ ਵੀ ਸਭ ਤੋਂ ਪਹਿਲਾਂ ਅੰਬਾਨੀਆਂ ਕੋਲ ਜਾਂਦਾ। ਤੁਹਾਡੀ BSNL ਸਰਕਾਰੀ
ਭਾਰਤ ਸੰਚਾਰ ਨਿਗਮ ਲਿਮਟਿਡ, ਮੋਦੀ ਸਾਹਿਬ ਤੁਹਾਡੇ 6 ਸਾਲਾਂ ਦੇ ਰਾਜ ਦੇ ਵਿੱਚ ਪ੍ਰੋਫਿਟ 'ਚ ਕਿਉਂ ਨਹੀਂ ਆਈ? ਏਅਰ ਇੰਡੀਆ ਕਿਉਂ ਫੇਲ ਹੋਈ? ਰੇਲਵੇ ਕਿਉਂ ਫੇਲ ਹੋਈ? ਕੋਲ ਇੰਡੀਆ ਕਿਉਂ ਫੇਲ ਹੋਈ? ਇਹ ਜਿਹੜੀਆਂ FCI ਕਿਉਂ ਫੇਲ ਹੋਈ? ਇਹ ਕਾਰਨ ਲੱਭਣ ਦੀ ਬਜਾਏ ਉਹਨਾਂ ਨੂੰ ਪ੍ਰਾਈਵੇਟ ਕਰਤਾ। ਜਿਹੜੀ ਪ੍ਰਾਈਵੇਟ ਹੋਣ ਨਾਲ ਕੀ ਆ, ਉਹ ਆਪਣੀ ਮਨਮਰਜ਼ੀ ਕਰੂਗੇ। ਜਿਹੜੇ ਅੰਬਾਨੀ ਅਡਾਨੀ ਕਾਰਪੋਰੇਟ ਘਰਾਣੇ ਜਿਹੜੇ ਹੋਰ, ਉਹ ਮਨਮਰਜ਼ੀ ਕਰੂਗੇ। ਤੇ ਜਿਹੜੀ ਜਿਣਸ ਆ ਉਹ ਜਦੋਂ ਡਬਲ ਤੋਂ ਵੀ ਡਬਲ ਹੋ ਗਈ, ਫਿਰ ਲਿਫਾਫਿਆਂ 'ਚ ਆਪਣਾ ਮਾਰਕਾ ਲਾ ਕੇ ਉਹਨੂੰ 20 ਰੁਪਏ ਵਾਲੀ ਨੂੰ 100 ਰੁਪਏ 'ਚ ਵੇਚਣਗੇ। ਗਰੀਬ ਵੀ ਮਰੂਗਾ, ਕਿਸਾਨ ਵੀ ਮਰੂਗਾ, ਮਜ਼ਦੂਰ ਵੀ ਮਰੂਗਾ, ਟਰਾਂਸਪੋਰਟਰ ਵੀ ਮਰੂਗਾ, ਆਮ ਨਾਗਰਿਕ ਵੀ ਮਰੂਗਾ। ਅਸੀਂ ਆਪਣੇ ਕੰਮ ਛੱਡ ਕੇ ਟਰਾਂਸਪੋਰਟਾਂ ਤੇ ਤਾਲੇ ਲਾ ਕੇ ਇੱਥੇ ਆਏ ਆ, ਅਸੀਂ ਵੀ ਮਰਾਂਗੇ। ਸਾਨੂੰ ਟਰੱਕਾਂ ਨੂੰ ਮਾਲ ਨਹੀਂ ਢੋਣ ਨੂੰ ਮਿਲਣਾ। ਫਿਰ ਜਿਹੜਾ ਕਹਿੰਦੇ ਪ੍ਰਾਈਵੇਟ ਦੇ ਵਿੱਚ ਬਹੁਤ ਫਾਇਦਾ ਹੋਊਗਾ, ਆਲੂ ਪਹਿਲੋਂ ਸਟੇਟਾਂ 'ਚ ਜਾ ਰਿਹਾ, ਉਧਰੋਂ ਮਹਾਰਾਸ਼ਟਰ 'ਚੋਂ MP 'ਚੋਂ ਪਿਆਜ਼ ਆ ਰਿਹਾ। ਇਹ ਚੀਜ਼ਾਂ ਤਾਂ ਸਾਰੀਆਂ ਪਹਿਲੋਂ ਆਲਰੇਡੀ ਕਿਸਾਨ ਲੈ ਕੇ ਜਾ ਰਿਹਾ। ਨਵੀਂ ਚੀਜ਼ ਸਾਨੂੰ ਦੱਸੋ ਤੁਸੀਂ ਕੀ ਦਿੱਤੀ ਆ? ਨਵੀਂ ਚੀਜ਼ ਇਹ ਦਿੱਤੀ ਆ ਵੀ ਸਰਕਾਰ ਹੱਥ ਖੜੇ ਕਰ ਗਈ, ਅਸੀਂ ਨਹੀਂ ਖਰੀਦਾਂਗੇ। ਮੋਦੀ ਸਾਹਿਬ ਕੀ ਤੁਸੀਂ ਚਾਹੁੰਦੇ ਮੁਲਕ 'ਚ ਕਾਲ ਪੈ ਜਾਵੇ ਤੇ ਫੇਰ ਤੁਸੀਂ ਜੈ ਕਿਸਾਨ ਦਾ ਨਾਅਰਾ ਲਾਓਗੇ? ਜਵਾਨ ਤੁਸੀਂ ਮਰਵਾ ਰਹੇ ਆ ਬਾਰਡਰਾਂ ਤੇ, ਕਿਸਾਨ ਖੇਤਾਂ 'ਚ ਮਰ ਰਿਹਾ, ਖੁਦਕੁਸ਼ੀਆਂ ਕਰ ਰਿਹਾ। ਮੋਦੀ ਸਾਹਿਬ ਜੇ ਕਿਸਾਨਾਂ ਦਾ ਫਾਇਦਾ ਕਰਨਾ, ਟਰੈਕਟਰਾਂ ਦੀਆਂ ਕੀਮਤਾਂ ਘਟਾਓ, ਟਰੈਕਟਰਾਂ ਤੇ ਸਬਸਿਡੀ ਦਿਓ, ਖਾਦਾਂ ਤੇ ਸਬਸਿਡੀ ਦਿਓ, MSP ਸਾਰੀਆਂ ਸਟੇਟਾਂ ਨੂੰ ਦਿਓ ਜਿੱਥੇ ਹੈ ਨਹੀਂ, ਪੈਸਟੀਸਾਈਡ ਉਹ ਘੱਟ ਰੇਟ ਤੇ ਦਿਓ। ਇਹ ਜਿਹੜੀਆਂ ਐਗਰੀਕਲਚਰ ਇੰਪਲੀਮੈਂਟ ਜਿਹੜੇ ਆ ਉਹਨਾਂ ਦੇ ਰੇਟ ਘੱਟ ਕਰਕੇ ਉਹਨਾਂ ਤੇ ਸਬਸਿਡੀ ਦਿਓ, ਕਿਸਾਨਾਂ ਨੂੰ ਜੇ ਫਾਇਦਾ ਦੇਣਾ। ਨਹਿਰੀ ਪਾਣੀ ਦਿਓ, ਟਿਊਬਵੈੱਲਾਂ ਦੀ ਬਿਜਲੀ ਜਿਹੜੀਆਂ ਸਟੇਟਾਂ 'ਚ ਮਾਫ ਨਹੀਂ, ਜਿੱਥੇ BJP ਦੀ ਗੌਰਮੈਂਟ ਆ, ਟਿਊਬਵੈੱਲਾਂ ਦੀ ਬਿਜਲੀ ਮਾਫ ਕਰੋ, ਜਜੀਆਂ ਮਾਫ ਕਰੋ। ਇਹ ਚੀਜ਼ਾਂ ਜੇ ਕਿਸਾਨਾਂ ਨੂੰ ਤੁਸੀਂ ਫਾਇਦਾ ਦੇਣਾ ਚਾਹੁੰਦੇ ਆ, ਜਿਹੜੇ ਪੈਸਟੀਸਾਈਡ ਆ ਇਹ ਓਰੀਜਨਲ ਦਿਓ, ਓਰੀਜਨਲ ਜਿਹੜੇ ਸੀਡ ਆ ਇਹਨਾਂ ਤੇ ਸਬਸਿਡੀ ਦਿਓ, ਸੀਡ ਵਧੀਆ ਦਿਓ, ਐਗਰੀਕਲਚਰ ਯੂਨੀਵਰਸਿਟੀਆਂ ਦੇਣ। ਪ੍ਰਾਈਵੇਟ ਦੁਕਾਨਾਂ ਤੋਂ ਜਾਣੇ ਮਹਿੰਗੇ ਮਿਲਦੇ ਆ, ਐਗਰੀਕਲਚਰ ਯੂਨੀਵਰਸਿਟੀਆਂ ਜਿਹੜੀਆਂ ਇਹ ਅੱਧੇ ਰੇਟ ਤੇ ਦੇਣ। ਕਿਸਾਨਾਂ ਨੂੰ 0% ਤੇ ਲੋਨ ਦਿਓ, 0% ਤੇ ਕਿਸਾਨਾਂ ਨੂੰ ਲੋਨ ਦਿਓ, ਤਾਂ ਜੋ ਕਿਸਾਨ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਵਧੀਆ ਢੰਗ ਦੇ ਨਾਲ ਜਿਹੜੀ ਖੇਤੀ ਕਰ ਸਕੇ। ਵਿਦੇਸ਼ਾਂ ਨੂੰ ਜਾਂਦੇ ਆ, ਸਾਡਾ ਪੈਸਾ ਵਿਦੇਸ਼ਾਂ ਜਾ ਰਿਹਾ। ਅਗਰ ਤੁਸੀਂ ਸਬਸਿਡੀ ਦਿਓ, ਇੱਥੇ ਜਿਹੜੇ ਨੌਜਵਾਨ ਖੇਤੀ ਕਰਨ, ਨਵੀਂ ਟੈਕਨੀਕ ਦਿਓ। ਕਿੱਦਾਂ ਤੁਸੀਂ ਹਾਰਟੀਕਲਚਰ ਜਿਹੜੀ ਆ ਉਹ ਹਾਰਟੀਕਲਚਰ ਬੱਚਿਆਂ ਨੂੰ ਪਾਓ, ਉਧਰ ਨੂੰ ਪਾਓ ਬੱਚਿਆਂ ਨੂੰ। ਇਸ ਲਈ ਮੋਦੀ ਸਾਹਿਬ ਆਹ ਦੇਖੋ, ਮੈਂ ਨਿਮਾਣਾ ਜਿਹਾ ਵਰਕਰ ਆ ਔਰ ਟਰਾਂਸਪੋਰਟਰ ਆ, ਇੱਕ ਗਰੀਬ ਕਿਸਾਨ ਦਾ ਬੇਟਾ ਆ ਤੁਸੀਂ ਜਿਹੜੇ ਲੌਜ਼ ਲਿਆਂਦੇ ਆ ਨਾ, ਇਹ ਕਿਸਾਨ ਮਾਰੂ, ਮਜ਼ਦੂਰ ਮਾਰੂ, ਆਮ ਨਾਗਰਿਕ ਮਾਰੂ। ਇਹਨਾਂ ਨੂੰ ਰੀਪੀਲ ਕਰੋ, ਕਿਸਾਨ ਭਰਾਵਾਂ ਨੂੰ ਕਹੋ ਆਓ ਰਲ ਕੇ ਬਣਾਈਏ। ਉਹਨਾਂ ਦੀ ਕੰਸੈਂਟ ਲੈ ਕੇ, ਉਹਨਾਂ ਦੀ ਐਡਵਾਈਸ ਲੈ ਕੇ ਕਿਸਾਨ ਭਰਾਵਾਂ ਦੀ, ਫਿਰ ਤੁਸੀਂ ਕਾਨੂੰਨ ਬਣਾਓ। ਅਸੀਂ ਤੁਹਾਡੀ ਜੈ ਜੈਕਾਰ ਕਰਾਂਗੇ। ਹਠੀਅਲ ਅੜੀਅਲ ਵਤੀਰਾ ਛੱਡ ਕੇ, ਡਿਕਟੇਟਰ ਵਤੀਰਾ ਛੱਡ ਕੇ ਲੋਕਤੰਤਰਕ ਢੰਗ ਨਾਲ ਮੁਲਕ ਨੂੰ ਚਲਾਓ। ਜਿਹੜੇ ਵੀ ਕਾਨੂੰਨ ਤੁਸੀਂ ਗਲਤ ਬਣਾਏ ਆ ਨਾ, ਉਹਨਾਂ ਨੂੰ ਰੱਦ ਕਰਕੇ ਤੇ ਕਿਸਾਨਾਂ ਨੂੰ ਜਿਹੜਾ ਆ ਆਪਣੇ ਸੁੱਖੀ ਜਵੀਲੀ ਘਰਾਂ ਨੂੰ ਹੋਣ। ਕਿੰਨੇ ਕਿਸਾਨ ਸ਼ਹੀਦ ਹੋ ਗਏ, ਇੱਕ ਬੱਚਾ ਨਵਰੀਤ ਗੋਲੀ ਨਾਲ ਤੁਸੀਂ ਮਾਰਤਾ ਦਿੱਲੀ, ਉਹਨਾਂ ਦੇ ਪਰਿਵਾਰ ਦਾ ਦਿਲ ਦੇਖੋ। ਮੇਰੇ ਚਾਚੇ ਰਹਿੰਦੇ ਉੱਥੇ ਰਾਮਪੁਰ ਬਾਜਪੁਰ ਦੇ ਕੋਲ, ਉਹਨਾਂ ਦਾ ਹਾਲ ਦੇਖੋ, ਗੋਲੀ ਮਾਰਤੀ ਪੁਲਿਸ ਨੇ। ਇਸ ਕਰਕੇ ਆਪਣੀ ਪ੍ਰੈਸਟੀਜੀ ਨਾ ਮੋਦੀ ਸਾਹਿਬ ਬਣਾਓ, ਇਹਨਾਂ ਨੂੰ ਕਾਨੂੰਨਾਂ ਨੂੰ ਰੱਦ ਕਰਕੇ ਸਾਨੂੰ ਰਾਹਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਟ ਮੀਡੀਆ ਦਾ, ਇਲੈਕਟ੍ਰੋਨਿਕ ਮੀਡੀਆ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਥੈਂਕ ਯੂ। ਸਾਡੇ ਨਾਲ ਰਣਜੀਤ ਸਿੰਘ ਜੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਰਣਜੀਤ ਸਿੰਘ ਜੀ, ਤੁਸੀਂ ਆਏ ਹੋ ਇੱਥੇ ਸੰਘਰਸ਼, ਕਿੰਨਾ ਦੇਖਦੇ ਹੋ ਸੰਘਰਸ਼ ਨੂੰ? ਇੱਧਰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਹੈ, ਅਸੀਂ ਸਾਰਿਆਂ ਨੂੰ ਰਲ ਮਿਲ ਕੇ ਇਹਦਾ ਸਹਿਯੋਗ ਕਰ ਰਹੇ ਹਾਂ। ਜੋ ਕਿ ਕਾਲੇ ਕਾਨੂੰਨ ਆ, ਇਹ ਮੋਦੀ ਸਾਹਿਬ ਨੂੰ ਵਾਪਸ ਲੈਣੇ ਚਾਹੀਦੇ ਆ।
ਕਿਉਂਕਿ ਸਾਡੇ ਜਿਹੜੇ ਵੀ ਨੌਜਵਾਨ ਹੈਗੇ ਆ ਉਹ ਬਾਰਡਰਾਂ ਤੇ ਲੜਦੇ ਆ, ਕਿਸਾਨ ਜਿਹੜਾ ਮਿਹਨਤ ਕਰਦਾ, ਤੇ ਇਸ ਲਈ ਸਾਨੂੰ ਇਹ ਜਿਹੜਾ ਕਾਲੇ ਕਾਨੂੰਨ ਹੈ ਇਹਨਾਂ ਨੂੰ ਵਾਪਸ ਲੈਣ ਤੇ ਤਦੇ ਗੱਲ ਬਣਦੀ ਆ, ਕਿਉਂਕਿ ਬਾਰਡਰ ਦੇ ਉੱਤੇ ਜਾ ਕੇ ਸਾਡੇ ਨੌਜਵਾਨ ਸ਼ਹੀਦੀਆਂ ਪ੍ਰਾਪਤ ਕਰਦੇ ਆ, ਇੱਧਰ ਕਿਸਾਨ ਸ਼ਹੀਦੀਆਂ ਪ੍ਰਾਪਤ ਕਰੀ ਜਾਂਦੇ ਆ। ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਆ ਕਿ ਅਸੀਂ ਵੱਧ ਚੜ੍ਹ ਕੇ ਇਹਦਾ ਸਹਿਯੋਗ ਕਰੀਏ ਤੇ ਕਾਲੇ ਕਾਨੂੰਨ ਵਾਪਸ ਕਰਾਈਏ। ਜਿਹੜੇ ਨੌਜਵਾਨ ਸਾਡੇ ਸ਼ਹੀਦ ਹੋ ਗਏ ਆ ਜਾਂ ਸਾਡੇ ਕੈਦ ਕਰ ਲਏ ਆ, ਗੌਰਮੈਂਟ ਨੂੰ ਜਲਦੀ ਤੋਂ ਜਲਦੀ ਜਿਹੜੇ ਆ ਸਾਡੇ ਨੌਜਵਾਨਾਂ ਨੂੰ ਛੱਡਣਾ ਚਾਹੀਦਾ, ਉਹਨਾਂ ਤੇ ਤਸ਼ੱਦਦ ਜਿਹੜਾ ਬੰਦ ਹੋਣਾ ਚਾਹੀਦਾ, ਤਾਂ ਜੋ ਸਾਡੇ ਜਿਹੜੇ ਸਿਹਤ ਜਿਹੜੀ ਆ ਲੋਕਾਂ ਦੀ ਚੜ੍ਹਦੀ ਕਲਾ ਵਿੱਚ ਸਿੱਖ ਜਾਣ। ਸਾਰੀ ਦੇਸ਼ ਦੇ ਜਿੰਨਾ ਵੀ ਸਾਰਾ ਇੰਡੀਆ ਹੈਗਾ, ਸਾਰਾ ਭਾਰਤ ਸਰਕਾਰ, ਜਿੰਨੇ ਵੀ ਲੋਕ ਹੈਗੇ, ਕਿਸਾਨ ਹੈ, ਅਸੀਂ ਸਾਰੇ ਇਹੋ ਹੀ ਬੇਨਤੀ ਕਰਦੇ ਹਾਂ ਕਿ ਸਾਰੇ ਰਲ ਮਿਲ ਕੇ ਹਮਲਾ ਮਾਰੀਏ, ਇਹ ਕਾਲੇ ਕਾਨੂੰਨ ਜਿਹੜੇ ਆ ਵਾਪਸ ਹੋਣ, ਕਿਉਂਕਿ ਇਹ ਮਜ਼ਦੂਰਾਂ ਦੇ ਵੀ ਨੁਕਸਾਨਦੇਹ ਆ, ਕਿਸਾਨਾਂ ਦੇ ਵੀ ਨੁਕਸਾਨਦੇਹ ਆ, ਨੌਜਵਾਨਾਂ ਦੇ ਵੀ ਨੁਕਸਾਨਦੇਹ ਆ। ਕਿਉਂਕਿ ਇਸ ਕਰਕੇ ਸਾਨੂੰ ਇਹ ਜਿਹੜੇ ਕਾਲੇ ਕਾਨੂੰਨ ਵਾਪਸ ਕਰਨੇ ਚਾਹੀਦੇ ਹਨ। ਜਿਹੜੇ ਬੰਦੇ ਦਿੱਲੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ, ਬੀਬੀਆਂ ਨੂੰ ਵੀ ਰਿਹਾ ਕੀਤਾ ਜਾਵੇ, ਤਾਂ ਜੋ ਜਿਹੜਾ ਇਹਨਾਂ ਤੇ ਤਸ਼ੱਦਦ ਬੰਦ ਹੋਣਾ ਚਾਹੀਦਾ। ਮੈਂ ਸਾਰਿਆਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਨੌਜਵਾਨਾਂ ਬਾਰੇ ਵੀ ਜਲਦੀ ਤੋਂ ਜਲਦੀ ਸੋਚਿਆ ਜਾਵੇ, ਜਿਹੜੇ ਬੰਦੇ ਕੈਦ ਕੀਤੇ ਗਏ ਹਨ ਉਹਨਾਂ ਨੂੰ ਛਡਾਇਆ ਜਾਵੇ। ਅਸੀਂ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਤਾਂ ਜੋ ਕਾਲੇ ਕਾਨੂੰਨ ਜਿਹੜੇ ਆ ਗੌਰਮੈਂਟ ਨੂੰ ਵਾਪਸ ਲੈਣੇ ਚਾਹੀਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਕਾਏ ਚੁਣਾਏ ਹੋਏ ਨੇ ਪੰਜਾਬ ਦੇ, ਨਿਕਾਏ ਚੁਣਾਵ ਹੋਏ ਨੇ ਪੰਜਾਬ ਦੇ ਵਿੱਚ, ਬੀਜੇਪੀ ਬੁਰੀ ਤਰ੍ਹਾਂ ਹਾਰੀ ਆ, ਕੀ ਕਾਰਨ ਸਮਝਦੇ ਹੋ? ਹਾਂ, ਇਹ ਜਿਹੜੀ ਬੀਜੇਪੀ ਆ, ਬੀਜੇਪੀ ਦੇ ਜਿਹੜੇ ਆ ਕੰਮ ਜਿਹੜੇ ਉਹ ਚੰਗੇ ਨੇ, ਕਿਉਂਕਿ ਬੀਜੇਪੀ ਨੇ ਸਾਨੂੰ ਇਹ ਕਾਲੇ ਕਾਨੂੰਨ ਜਿਹੜੇ ਦਿਖਾੜੇ ਆ, ਇਸ ਲਈ ਇਹ ਬੀਜੇਪੀ ਦਾ ਪੰਜਾਬ ਦੇ ਵਿੱਚੋਂ ਬਿਲਕੁਲ ਸਫਾਇਆ ਹੀ ਹੋ ਗਿਆ। ਹੁਣ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਇਹ ਚੰਗੇ ਕੰਮ ਕਰੀਏ ਤਾਂ ਹੀ ਇੱਥੇ ਮੁੜ ਕੇ ਆਪਣੇ ਪੈਰਾਂ, ਨਹੀਂ ਤਾਂ ਬੀਜੇਪੀ ਦਾ ਬਿਲਕੁਲ ਪੰਜਾਬ ਵਿੱਚੋਂ ਸਫਾਇਆ ਹੋ ਜਾਊਗਾ। ਕਿਉਂਕਿ ਇਹ ਕਹਿੰਦੇ ਆ ਕਿ ਅਸੀਂ ਤਾਂ ਚੰਗੇ ਕਾਨੂੰਨ ਆ, ਚੰਗੇ ਕਾਨੂੰਨ ਕੋਈ ਨਹੀਂ, ਇਹ ਕਾਲੇ ਕਾਨੂੰਨ ਆ ਜਿਹੜੇ ਕਿ ਸਾਡੇ ਵਾਸਤੇ ਬਹੁਤ ਮਾੜੇ ਆ। ਜਿਸ ਤਰ੍ਹਾਂ ਇਹਨੇ ਜੰਮੂ ਕਸ਼ਮੀਰ ਦੇ 370 ਧਾਰਾ ਤੋੜੀ ਆ, ਇਹ ਨਹੀਂ ਕਿਹਾ ਪੰਜਾਬ ਦੇ ਵਿੱਚ ਵੀ ਲਾਗੂ ਕਰਕੇ ਦੇਖਿਆ, ਪਰ ਪੰਜਾਬ ਦੀ ਜਨਤਾ ਨੇ ਇਹਦਾ ਬਹੁਤ ਵਿਰੋਧ ਕੀਤਾ। ਅਸੀਂ ਭਾਜਪਾ ਵਾਲੇ ਆਗੂਆਂ ਨੂੰ, ਜਿੰਨੇ ਵੀ RSS ਵਾਲੇ ਆ, ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਰੋਟੀ ਖਾਂਦੇ ਹੋ ਇੱਥੋਂ ਪੰਜਾਬ 'ਚੋਂ, ਕਿਸਾਨਾਂ ਦੇ ਸਿਰ ਦੇ ਉੱਤੇ ਤੁਸੀਂ ਬੱਟੇ ਨਹੀਂ ਚੱਬਦੇ। ਇਸ ਲਈ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਪੰਜਾਬ ਔਰ ਕਿਸਾਨਾਂ ਦੇ ਨਾਲ ਮੋਢਾ ਤੇ ਮੋਢਾ ਲਾ ਕੇ ਚੱਲੋ, ਨਹੀਂ ਤਾਂ ਪੰਜਾਬ ਵਿੱਚ ਤੁਹਾਡਾ ਬਿਲਕੁਲ ਸਫਾਇਆ ਹੋ ਜਾਵੇਗਾ। ਇਸ ਲਈ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ, ਲਾਰੇ ਨਾ ਲਾਏ ਜਾਣ, ਤਾਂ ਜੋ ਆਪਣੇ ਕਿਸਾਨ ਜਿਹੜੇ ਆਪਣੇ ਘਰਾਂ ਦੇ ਵਿੱਚ ਖੁਸ਼ੀ-ਖੁਸ਼ੀ ਵਾਪਸ ਪਰਤਣ। ਤਾਂ ਅੱਜ ਦਾ ਜਿਹੜਾ ਰੇਲ ਰੋਕੋ ਅੰਦੋਲਨ ਹੈਗਾ ਇਸੇ ਵਿਆਜ 'ਤੇ ਹੈਗਾ, ਕਿਉਂਕਿ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕੀਤਾ ਜਾਵੇ। ਜਿਹੜੇ ਨੌਜਵਾਨ ਸਾਡੇ ਬੀਬੀਆਂ ਬੱਚੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਛੱਡਿਆ ਜਾਵੇ। ਜਿਹੜੇ ਸ਼ਹੀਦ ਹੋ ਗਏ ਆ ਉਹਨਾਂ ਦੇ ਬਾਰੇ ਵੀ ਸੋਚਿਆ ਜਾਵੇ, ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ, ਤਾਂ ਜੋ ਸਾਡੇ ਜਿਹੜੇ ਕਿਸਾਨ ਆ ਉਹ ਆਪਣੇ ਘਰਾਂ ਨੂੰ ਖੁਸ਼ੀ-ਖੁਸ਼ੀ ਵਾਪਸ ਆਉਣ। ਕਾਨੂੰਨ ਕਾਲੇ ਵਾਪਸ ਕਰਨੇ ਚਾਹੀਦੇ ਹਨ ਤੇ ਭਾਜਪਾ ਵਾਲਿਆਂ ਨੂੰ ਵੀ ਇਹ ਸੁਰਤ ਹੋਣੀ ਚਾਹੀਦੀ ਆ, ਉਹ ਵੀ ਸੋਚ ਲੈਣ ਵੀ ਸਾਡੇ ਨਾਲ ਪੰਜਾਬ 'ਚ ਆਹ ਹਾਲ ਹੋਇਆ, ਸਾਰੇ ਭਾਰਤ ਦੇ ਵਿੱਚ ਤੁਹਾਡੇ ਨਾਲ ਇਹੋ ਹਾਲ ਹੋਵੇਗਾ, ਨਹੀਂ ਤਾਂ ਅੱਗੇ ਤੋਂ ਬਿਲਕੁਲ ਖਤਮ ਹੋ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਮਨਿੰਦਰ ਸਿੰਘ ਜੀ, ਅੱਜ ਆਏ ਹੋ ਰੇਲਵੇ ਸਟੇਸ਼ਨ ਤੇ, ਕਿੱਦਾਂ ਦੇਖਦੇ ਹੋ ਸੰਘਰਸ਼ ਨੂੰ? ਇਹ ਸੰਘਰਸ਼ ਜਿਹੜਾ ਇੱਕ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ, ਸ਼ਾਂਤੀਪੂਰਵਕ ਢੰਗ ਨਾਲ ਚੱਲ ਰਿਹਾ ਆ। ਇਹਦੇ ਵਿੱਚ ਕੋਈ ਵੀ ਇੱਦਾਂ ਦਾ ਨਹੀਂ ਹੈਗਾ ਵੀ ਹੁੱਲੜਬਾਜ਼ੀ ਹੋ ਰਹੀ ਹੈ, ਜਿੱਦਾਂ ਸਰਕਾਰ ਕਹਿ ਦਿੰਦੀ ਆ ਵੀ ਇਹ ਕਿਸਾਨ ਨਹੀਂ, ਇਹ ਅੱਤਵਾਦੀ ਆ। ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਆ। ਜੋ ਵੀ ਜਥੇਬੰਦੀਆਂ ਦੀ ਉੱਪਰੋਂ ਕਾਲ ਆਊਗੀ ਅਸੀਂ ਉਹਦੇ ਨਾਲ ਪੂਰਾ ਨਿਰਭਰ ਹਾਂ, ਜਿੱਦਾਂ ਵੀ ਉਹ ਕਹੋਗੇ ਅਸੀਂ ਉੱਦਾਂ ਹੀ ਕਰਾਂਗੇ। ਕਿਸਾਨ ਅੰਦੋਲਨ ਕਹਿੰਦੇ ਕਮਜ਼ੋਰ ਹੋ ਗਿਆ, ਤੁਹਾਨੂੰ ਲੱਗਦਾ ਕੁਝ? ਭਾਜੀ ਕਮਜ਼ੋਰ ਤਾਂ ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਅੱਗੇ ਪਤਾ ਕੀ ਸਿਸਟਮ ਸੀ, ਅੱਗੇ ਲੋਕੀ ਹੈ ਨਾ ਜਿਹੜੇ ਜਿੰਨੇ ਵੀ ਜਾ ਰਹੇ ਸੀ ਉਹ ਇੱਕ ਮੇਲੇ ਵਾਂਗ ਜਾ ਰਹੇ ਸੀ। ਵੀ ਪਹਿਲਾਂ ਲੋਕੀ 26 ਨੂੰ ਨਹੀਂ ਇੰਨੇ ਗਏ, ਬਾਅਦ ਦੇ ਵਿੱਚ ਲੋਕੀ ਇੱਦਾਂ ਜਾਣ ਲੱਗ ਪਏ ਵੀ ਚਲੋ ਯਾਰ 4 ਦਿਨ ਲਾਇਆ ਉਹਨੇ, ਦਿੱਲੀ ਘੁੰਮ ਫਿਰ ਲਿਆ, ਕਿਸੇ ਨੇ ਉੱਥੇ ਮੌਜ ਮਸਤੀਆਂ ਕਰ ਲੀਆਂ। ਜਿਹੜਾ ਹੁਣ ਹੈ ਉਹ ਸਹੀ ਅੰਦੋਲਨ ਹੁਣ ਚੱਲਣ ਲੱਗਾ। ਹੁਣ ਇੱਕ ਤੌਰ ਤੇ ਹੋਰ ਇਹ ਚੀਜ਼ ਹੋ ਗਈ ਨਾ, ਪਿੰਡਾਂ ਵਿੱਚ ਇੱਕ ਪਾਰਟੀ ਬਣ ਗਈਆਂ ਆ। ਜਿੱਦਾਂ ਮਤਲਬ ਹਰੇਕ ਪਿੰਡ ਨੇ ਇੱਦਾਂ ਕਰ ਲਿਆ ਵੀ ਆਪਣੇ 10 ਬੰਦੇ ਜਾਣਗੇ, ਜਦੋਂ 10 ਬੰਦੇ 5 ਦਿਨ ਰਹਿ ਲੈ, ਉਹ ਗੱਡੀ ਜਿਹੜੀ ਇੱਕ ਨੂੰ ਛੱਡ ਕੇ ਆਊਗੀ, ਦੂਜੀ ਗੱਡੀ ਉਹਨਾਂ ਨੂੰ ਲੈ ਕੇ ਆਊਗੀ। ਸਾਰਿਆਂ ਨੇ ਇੱਦਾਂ ਕਮੇਟੀਆਂ ਬਣ ਗਈਆਂ, ਬਹੁਤ ਵਧੀਆ ਗੱਲ ਹੈ। ਇੱਦਾਂ ਵੀ ਇੱਕਦਮ ਰਚ ਨਾ ਪਵੇ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਅੰਦੋਲਨ ਹੱਲੇ ਵੀ ਉੱਦਾਂ ਹੀ ਚੱਲ ਰਿਹਾ ਜਿੱਦਾਂ ਪਹਿਲਾਂ ਵਾਂਗ ਚੱਲ ਰਿਹਾ ਸੀ। ਬੀਜੇਪੀ ਦਾ ਬਿਲਕੁਲ ਬੁਰੀ ਤਰ੍ਹਾਂ ਸਫਾਇਆ ਹੋ ਚੁੱਕਾ ਪੰਜਾਬ ਦੇ ਵਿੱਚੋਂ, ਨਿਕਾਏ ਚੁਣਾਵ ਜਿਹੜੇ ਹੋਏ ਨੇ, ਉਹਨੂੰ ਕਿੱਦਾਂ ਦੇਖਦੇ ਤੁਸੀਂ? ਇਹ ਤਾਂ ਹੋਣਾ ਹੀ ਸੀ, ਆਪਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ। ਜਿੱਦਾਂ ਉਹ ਕਹਿੰਦੇ ਵੀ 2022 ਦੇ ਵਿੱਚ ਅਸੀਂ 117 ਦੀਆਂ 17 ਸੀਟਾਂ ਦੇ ਆਪਣੇ ਕੈਂਡੀਡੇਟ ਖੜਾ ਕਰਾਂਗੇ, ਪਰ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ 117 ਕੈਂਡੀਡੇਟ ਵੀ ਮਿਲੂਗੇ, ਕਿਉਂਕਿ ਅੱਜ ਬੀਜੇਪੀ ਦੀ ਇਹ ਹਾਲਾਤ ਹੋ ਗਈ ਹੈ, ਉਹਨਾਂ ਨੂੰ ਘਰੋਂ ਲੋਕੀ ਬਾਹਰ ਤੱਕ ਨਹੀਂ ਨਿਕਲਣ ਦੇ ਰਹੇ ਹੈਗੇ। ਸਾਰੇ ਲੋਕ ਪਾਰਟੀਬਾਜ਼ੀ ਤੋਂ ਉੱਠ ਕੇ ਉਹਨਾਂ ਦਾ ਵਿਰੋਧ ਕਰ ਰਹੇ ਆ। ਉਹਨਾਂ ਦੀ ਤਾਂ ਇਹੀ ਬਿਹਤਰੀ ਆ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਕਾਨੂੰਨ ਰੱਦ ਕਰਾਉਣੇ ਚਾਹੀਦੇ ਆ, ਤਾਂ ਉਹਨਾਂ ਦਾ ਕੁਝ ਬਣ ਸਕਦਾ, ਨਹੀਂ ਤਾਂ ਉਹਨਾਂ ਦਾ ਮੁਸ਼ਕਲ ਆ ਵੀ ਆਉਣ ਵਾਲਾ ਸਮਾਂ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਖਰਾਬ ਆ ਉਹਨਾਂ ਲਈ। ਯੂਥ ਆਗੂ ਅਮਰਜੋਤ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਕਿੱਦਾਂ ਦੇਖਦੇ ਹੋ ਸੰਘਰਸ਼ ਜਿਹੜਾ ਅੱਜ ਚੱਲ ਰਿਹਾ, ਕਿੱਦਾਂ ਦੇਖਦੇ ਹੋ ਉਹਨੂੰ? ਦੇਖੋ ਸੰਘਰਸ਼ ਦਾ ਤਕਰੀਬਨ 2.5 ਮਹੀਨੇ ਤੋਂ ਸਾਡਾ ਚੱਲ ਰਿਹਾ ਆ।
ਦਿੱਲੀ ਬਾਰਡਰਾਂ ਤੇ ਜੋ ਸੰਯੁਕਤ ਮੋਰਚੇ ਦੀ ਅੱਜ 18 ਤਰੀਕ ਨੂੰ ਕਾਲ ਸੀ 12 ਤੋਂ 4 ਵਜੇ ਤੱਕ ਰੇਲ ਰੋਕਣ ਦੀ, ਜੋ ਅਸੀਂ 12 ਵਜੇ ਠੀਕ 12 ਵਜੇ ਅੱਜ ਰਾਮਾ ਮੰਡੀ ਜੋ ਕੈਂਟ ਵਾਲਾ ਸਟੇਸ਼ਨ ਜਲੰਧਰ ਆ ਉੱਥੇ ਅਸੀਂ 12 ਵਜੇ ਟ੍ਰੇਨ ਰੋਕੀ। 4 ਵਜੇ ਤੱਕ ਟ੍ਰੇਨ ਦਾ ਚੱਕਾ ਜਾਮ ਰਹੂਗਾ, ਉਸ ਤੋਂ ਬਾਅਦ ਜੋ ਚੱਲਣਗੇ। ਜੋ ਵੀ ਇਸ ਵੇਲੇ ਯਾਤਰੀਆਂ ਨੂੰ ਤੰਗੀ ਆ ਰਹੀ ਆ ਜਾਂ ਇਹ ਖੱਜਲ ਖਵਾਰ ਹੋ ਰਿਹਾ, ਇਹ ਸਿਰਫ ਇੱਕ ਮੋਦੀ ਸਾਹਿਬ ਦੀ ਸਰਕਾਰ ਦੇ ਕਰਕੇ ਉਹਨਾਂ ਦੀ ਵਜ੍ਹਾ ਦੇ ਨਾਲ ਇਹ ਖਰਾਬ ਹੋ ਰਿਹਾ ਆ। ਇਹਦੇ ਵਿੱਚ ਅਸੀਂ ਉਹਨਾਂ ਦੇ ਲਈ ਫੇਰ ਵੀ ਅੱਜ ਲੰਗਰ ਪਾਣੀ ਦਾ ਸਾਡਾ ਪੂਰਾ ਅਰੇਂਜਮੈਂਟ ਕੀਤਾ ਆ, ਚਾਹ ਪਾਣੀ ਦਾ ਕੀਤਾ ਆ, ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਦਿੱਕਤ ਨਾ ਆਵੇ। ਅਸੀਂ ਮੋਦੀ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ, ਇਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ, ਜੋ ਲੋਕੀ ਖੱਜਲ ਖਵਾਰ ਹੋ ਰਹੇ ਉਹ ਨਾ ਹੋਣ। ਤੇ ਬਾਕੀ 26 ਤਰੀਕ ਨੂੰ ਜੋ ਸਾਡੇ ਆਗੂਆਂ ਤੇ ਝੂਠੇ ਮੁਕੱਦਮੇ ਦਰਜ ਕੀਤੇ ਆ ਉਹ ਰੱਦ ਕੀਤੇ ਜਾਣ ਤੇ 200 ਦੇ ਕਰੀਬ ਸਾਡੇ ਨੌਜਵਾਨ ਦਿੱਲੀ ਦੇ ਵਿੱਚ ਅਰੈਸਟ ਕੀਤੇ ਗਏ ਆ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਜਿੰਨਾ ਚਿਰ ਸਾਡੀਆਂ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਸਾਡਾ ਸੰਘਰਸ਼ ਇਦਾਂ ਹੀ ਜਾਰੀ ਰਹੂਗਾ। ਜਿੰਨਾ ਚਿਰ ਵੀ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਚਿਰ ਵੀ ਭਲਾ ਸਾਲ 2 ਸਾਲ ਜਿੰਨਾ ਚਿਰ ਵੀ ਚੱਲੇ ਅਸੀਂ ਇਹ ਸੰਘਰਸ਼ ਇਦਾਂ ਹੀ ਚੱਲੂਗਾ। ਸਾਨੂੰ ਪੂਰੀ ਉਮੀਦ ਆ ਅਸੀਂ ਇਹ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਹਟਾਂਗੇ, ਜਾਂ ਮਰਾਂਗੇ ਜਾਂ ਜਿੱਤਾਂਗੇ, ਭਲਾ ਪਿੱਛੇ ਨਹੀਂ ਹਟਾਂਗੇ। HS ਸਮਰਾ ਜੀ ਸਾਡੇ ਨਾਲ ਮੌਜੂਦ ਨੇ, ਚੇਅਰਮੈਨ ਮਾਰਕੀਟ ਕਮੇਟੀ ਜਲੰਧਰ। ਉਹਨਾਂ ਨਾਲ ਗੱਲ ਕਰਾਂਗੇ। ਬੀਜੇਪੀ ਦਾ ਸਫਾਇਆ ਹੋਇਆ ਜੀ, ਕੱਲ ਚੁਣਾਵ ਜਿਹੜੇ ਹੋਏ ਨੇ ਨਿਕਾਏ ਚੁਣਾਵ, ਕੀ ਕਹਿਣਾ ਚਾਹੁੰਦੇ ਉਹਦੇ ਬਾਰੇ? ਦੇਖੋ, ਇੱਕ ਛੋਟੀ ਜਿਹੀ ਉਦਾਹਰਨ ਹੈ। ਪਿੰਡ ਦੇ ਵਿੱਚ ਜੋ ਸਰਪੰਚ ਬਣਾ ਲਈਦਾ ਨਾ, ਉਹ ਕਿਸੇ ਮੂਰਖ ਨੂੰ ਅੱਗੇ ਕਰਦੇ 5 ਸਾਲਾਂ 'ਚ ਉਹਦਾ ਭੋਗ ਪੈ ਜਾਂਦਾ। ਤੇ ਕਿਤੇ ਨਾ ਕਿਤੇ ਇੱਥੇ ਵੀ ਇਸੇ ਤਰ੍ਹਾਂ ਹੋਇਆ। ਜਦੋਂ ਤੁਸੀਂ ਚੰਗੇ ਕੰਮ ਨਹੀਂ ਕਰੋਗੇ ਤਾਂ ਤੁਸੀਂ ਪਿੱਛੇ ਜਾਓਗੇ। ਤੁਹਾਨੂੰ ਲੋਕਾਂ ਨੇ ਚੁਣਿਆ, ਨਾ ਕਿ ਤੁਸੀਂ ਲੋਕਾਂ ਨੂੰ ਬਣਾਉਂਦੇ ਹੋ। ਇਸ ਚੀਜ਼ ਦਾ ਖਿਆਲ ਰੱਖਣ ਦੀ ਲੋੜ ਹੈ ਪੋਲੀਟੀਕਲ ਸਿਸਟਮ ਨੂੰ, ਕਿ ਅਸੀਂ ਲੋਕਾਂ ਕਰਕੇ ਅੱਗੇ ਆਉਂਦੇ ਹਾਂ ਔਰ ਇੱਥੇ ਰਾਜ ਜਿਹੜਾ ਹੈ ਲੋਕਤੰਤਰ ਹੈ, ਔਰ 5 ਸਾਲ ਤੋਂ ਬਾਅਦ ਤੁਸੀਂ ਰਹਿ ਨਹੀਂ ਸਕਦੇ। ਇਸ ਕਰਕੇ ਲੋਕਾਂ ਨੇ ਸਾਫ਼ ਫਤਵਾ ਦਿੱਤਾ ਕਿ ਭਾਈ ਜੇ ਤੁਸੀਂ ਲੋਕਾਂ ਲਈ ਨਹੀਂ ਖੜਦੇ ਅਸੀਂ ਤੁਹਾਡੇ ਲਈ ਨਹੀਂ ਖੜਦੇ। ਰਿਜ਼ਲਟ ਤੁਹਾਡੇ ਸਾਹਮਣੇ ਆ ਨਾ। ਬਿਲਕੁਲ ਇਹ ਜਿਹੜੀ ਗੱਲ ਹੈਗੀ ਇਹ ਤਾਂ ਸਾਫ਼ ਹੈ ਭਾਈ, ਲੋਕਾਂ ਲਈ ਖੜ ਜਾਓ, ਲੋਕ ਤੁਹਾਡੇ ਲਈ ਖੜ ਜਾਣਗੇ। ਕਿਉਂਕਿ ਪੰਜਾਬੀਆਂ ਦਾ ਦਿਲ ਬੜਾ ਵੱਡਾ। ਇਹ ਲੋਕ ਤੁਸੀਂ ਉਹਨਾਂ ਦੇ ਹਿੱਤ ਦੀ ਗੱਲ ਕਰਦੇ ਹੋ ਨਾ, ਇਹ ਜਿੱਥੇ ਮਰਜ਼ੀ ਖੜੇ ਹੋਣ ਉੱਥੇ ਜਾ ਕੇ ਤੁਹਾਡੀ ਜੈ ਜੈਕਾਰ ਕਰ ਦੇਣਗੇ। ਇਸ ਟਾਈਮ ਵੀ ਚਾਹੀਦਾ ਕੀ ਸੀ ਇੰਡੀਆ ਦੇ PM ਨੂੰ ਕਿ ਲੋਕਾਂ 'ਚ ਕਹਿੰਦਾ ਭਾਈ ਮੇਰੇ ਤੋਂ ਹੋ ਗਈ ਗਲਤੀ, ਮੈਂ ਬਣਾਏ ਸੀ ਕਾਨੂੰਨ ਚੰਗੇ ਲਈ, ਤੁਹਾਨੂੰ ਨਹੀਂ ਲੱਗਦਾ ਚੰਗੇ, ਇਹ ਗਲਤ ਨੇ ਤੇ ਮੈਂ ਇਹਨੂੰ ਰੱਦ ਕਰਦਾ। ਦੇਖੋ ਇਹਨਾਂ ਲੋਕਾਂ ਨੇ ਇਹਨਾਂ ਨੂੰ ਸਿਰ ਤੇ ਚੱਕ ਲੈਣਾ ਸੀ ਕਿਤੇ ਨਾ ਕਿਤੇ। ਜਦੋਂ ਈਗੋ ਆ ਜਾਂਦੀ, ਜਾਂ ਤੁਸੀਂ ਕਦੇ ਨਾ ਕਦੇ ਕਿਸੇ ਮੂਰਖ ਮਿੱਤਰ ਦੇ ਮਗਰ ਲੱਗ ਕੇ ਨੁਕਸਾਨ ਕਰਦੇ ਹੋ, ਫਿਰ ਤੁਹਾਡਾ ਨੁਕਸਾਨ ਤਾਂ ਪਹਿਲਾਂ ਹੋਣਾ ਹੀ ਹੈ। ਇਸ ਕਰਕੇ ਪੰਜਾਬ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ, ਨਾ ਥੋਤੋਂ ਲੁਕਿਆ ਨਾ ਮੇਤੋਂ ਲੁਕਿਆ। ਕਿਉਂਕਿ ਪੰਜਾਬ ਦਾ ਮੀਡੀਆ ਇਹਨਾਂ ਨੇ ਇੰਨਾ ਅੱਛਾ ਰੋਲ ਅਦਾ ਕੀਤਾ। ਇਹਨਾਂ ਨੇ ਇੱਕ ਗੱਲ, ਹੁਣ ਤੁਸੀਂ ਹੋ, ਤੁਸੀਂ ਆਪਣੀ ਜ਼ਿੰਮੇਵਾਰੀ ਇਸ ਕਰਕੇ ਨਹੀਂ ਨਿਭਾ ਰਹੇ ਕਿ ਮੈਂ ਕਿਸੇ TV ਦਾ ਐਂਕਰ ਹਾਂ। ਤੁਸੀਂ ਇਸ ਕਰਕੇ ਨਿਭਾ ਰਹੇ ਕਿ ਮੇਰੇ ਬੱਚਿਆਂ ਨੇ ਵੀ ਜਿਹੜੀ ਰੋਟੀ ਖਾਣੀ ਹੈ, ਮੇਰੇ ਬੱਚਿਆਂ ਨੇ ਵੀ ਜਿਹੜਾ ਭੋਜਨ ਕਰਨਾ। ਤੇ ਇਸ ਕਰਕੇ ਤੁਸੀਂ ਵੀ ਕਿਤੇ ਨਾ ਕਿਤੇ ਸੈਨਿਕ ਬਣ ਕੇ ਲੱਗੇ ਹੋ। ਮੇਰਾ ਕੈਮਰਾਮੈਨ ਵੀਰ ਹੈ, ਮੈਂ ਵੀ ਹੋਰ ਥਾਂ ਤੇ ਵੀ ਦੇਖਦਾ ਕਿ ਬੜੇ ਡਟੇ ਹੋਏ ਹੁੰਦੇ ਹੋ ਤੁਸੀਂ। ਜਦੋਂ ਡਟ ਗਏ ਫਿਰ ਕਿਤੇ ਨਾ ਕਿਤੇ ਤੁਹਾਡਾ ਵੀ ਝਟਕਾ ਤਾਂ ਲੱਗਣਾ ਸੀ, ਉਹ ਲੱਗ ਗਿਆ ਜੀ। ਬਿਲਕੁਲ ਇਹ ਗੱਲ ਜਿਹੜੀ ਇਹ ਹੈਗੀ ਹੈ ਉਹ ਸਾਹਮਣੇ ਹੈ ਜੀ। ਹਾਂਜੀ, ਹਾਰ ਦਾ ਕਾਰਨ ਆ ਉਹ ਕਹਿੰਦੇ ਵੀ ਸਰਕਾਰ, ਪੰਜਾਬ ਸਰਕਾਰ ਨੇ ਧੱਕਾ ਕੀਤਾ ਸਾਡੇ ਨਾਲ, ਤਾਂ ਹਾਰ ਹੋਈ ਸਾਡੀ। ਦੇਖੋ, ਮੈਂ ਹਾਕੀ ਦੀ ਗਰਾਊਂਡ ਚੋਂ ਨਿਕਲ ਕੇ ਆਇਆ। ਮੇਰਾ ਤਜਰਬਾ ਇਹ ਬੋਲਦਾ ਕਿ ਜਦੋਂ ਕੋਈ ਟੀਮ ਹਾਰ ਜਾਂਦੀ ਹੈ ਨਾ, ਉਹ ਬਾਅਦ ਵਿੱਚ ਇਸ ਤਰ੍ਹਾਂ ਦੀ ਚੀਕਾਂ ਮਾਰਦੀ ਹੈ। ਉਹ ਕਦੇ ਤਾਂ ਕਹਿੰਦੀ ਹੈ ਕਿ ਇਹ ਰੈਫਰੀ ਗਲਤ ਸੀ, ਕਦੇ ਕਹਿੰਦੀ ਹੈ ਕਮੇਟੀ ਨਹੀਂ ਚੰਗੀ ਸੀ, ਅਸੀਂ ਤਾਂ ਹਾਰ ਗਏ। ਇਹ ਨਹੀਂ ਦੇਖਦੇ ਕਿ ਸਾਡੇ ਖਿਡਾਰੀਆਂ ਦੀ ਪਰਫਾਰਮੈਂਸ ਹੀ ਨਹੀਂ ਚੰਗੀ। ਜਿਹੜੇ ਖਿਡਾਰੀ ਖੇਡਣ ਵਾਲੇ ਹੈ ਹੀ ਨਹੀਂ ਸੀ, ਅਸੀਂ ਉਹਨਾਂ ਨੂੰ ਲਾਤਾ। ਤੇ ਜਦੋਂ ਇਸ ਤਰ੍ਹਾਂ ਆਊਗਾ ਫਿਰ ਤਾਂ ਟੀਮ ਹਾਰੂਗੀ। ਉੱਥੇ ਇੱਥੇ ਵੀ ਇੱਦਾਂ ਹੀ ਹੋ ਗਿਆ। ਉਹ ਤਾਂ ਐਵੇਂ ਹੀ ਕਹਿੰਦੇ ਹੁੰਦੇ ਆ ਕਿ ਜਦ ਆਪਾਂ ਆਪਣੀ ਹਾਰ ਨੂੰ ਆਪ ਨਹੀਂ ਮੰਨਦੇ ਕਿ ਕਿਸੇ ਸਿਰ ਮੜ ਦੋ। ਇਹ ਤਾਂ ਪਹਿਲਾਂ ਤੋਂ ਫਿਤਰਤ ਹੈ ਨਾ ਇਸ ਸਿਸਟਮ ਦੀ। ਤੇ ਇਸੇ ਤਰ੍ਹਾਂ ਹੋਇਆ। ਬਾਕੀ ਲੋਕਾਂ ਨੇ ਫੈਸਲਾ ਦਿੱਤਾ, ਲੋਕਾਂ ਨੇ ਕਲੀਅਰ ਕਰ ਦਿੱਤਾ ਕਿ ਤੁਸੀਂ ਸਾਡੇ ਨਾਲ ਖੜ ਜਾਓ, ਤੁਹਾਡੇ ਨਾਲ ਖੜ ਜਾਾਂਗੇ, ਨਹੀਂ ਤਾਂ ਬਾਹਰ ਆਊਟ। ਤੇ ਆਊਟ ਕਰ ਦਿੱਤੇ ਨੇ। ਔਰ 2022 ਦਾ ਸਿਗਨਲ ਹੈ ਕਿ ਭਾਈ ਪੰਜਾਬ 'ਚ ਬੜੀ ਮੁਸ਼ਕਲ ਹੋ ਜੂ ਤੁਹਾਨੂੰ ਖੜਨਾ ਵੀ। ਹਾਂਜੀ, ਕੈਪਟਨ ਸਰਕਾਰ ਦੀ ਸਰਕਾਰ ਨੂੰ ਕਿੱਦਾਂ ਦੇਖਦੇ ਹੋ? ਪੰਜਾਬ ਜਿਹੜੀ ਕਾਂਗਰਸ ਸਰਕਾਰ ਹੈ ਪੰਜਾਬ 'ਚ, ਉਹਨੂੰ ਕਿੱਦਾਂ ਦੇਖਦੇ ਹੋ? ਦੇਖੋ, ਜਦੋਂ ਇਹ ਮੂਵਮੈਂਟ ਸ਼ੁਰੂ ਹੋਈ ਹੈ ਨਾ, ਕਦੇ ਵੀ ਸਰਕਾਰ ਜੇ ਚਾਹਵੇ ਹੈ ਨਾ, ਉਹ ਕਿਸੇ ਚੀਜ਼ ਨੂੰ ਰੋਕ ਵੀ ਸਕਦੀ ਤੇ ਤੋੜ ਵੀ ਸਕਦੀ। ਪੰਜਾਬ ਗਵਰਨਮੈਂਟ ਨੇ ਬਹੁਤ ਅੱਛਾ ਸਾਥ ਦਿੱਤਾ, ਚਾਹੇ ਕਿਤੇ ਧਰਨਾ ਸੀ, ਚਾਹੇ ਕਿਤੇ ਇਕੱਠ ਸੀ, ਬਕਾਇਦਾ ਸਾਥ ਦਿੱਤਾ। ਕਿਉਂਕਿ ਕੈਪਟਨ ਸਾਹਿਬ ਨੇ ਵੀ ਪ੍ਰਸ਼ਾਦੇ ਹੀ ਛਕਣੇ ਆ, ਉਹਨਾਂ ਨੇ ਵੀ ਰੋਟੀ ਖਾਣੀ ਹੈ। ਉਹਨਾਂ ਨੂੰ ਪਤਾ ਸੀ ਕਿ ਭਾਈ ਇਹ ਲੜਾਈ ਸਹੀ ਹੈ, ਆਪਾਂ ਨੂੰ ਸਾਥ ਦੇਣਾ ਚਾਹੀਦਾ, ਔਰ ਡਟ ਕੇ ਸਾਥ ਦਿੱਤਾ। ਤੇ ਇਸ ਕਰਕੇ ਜਿਹੜਾ ਸਾਥ ਦਿੰਦਾ ਮੈਂ ਤਾਂ ਉਹਦੀ ਸਿਫਤ ਕਰਾਂਗਾ, ਚਾਹੇ ਕੋਈ ਵੀ ਹੋਵੇ। ਉਹ ਜੇ ਵਿਰੋਧੀ ਵੀ ਚੰਗਾ ਕੰਮ ਕਰਦੇ ਮੈਂ ਤਾਂ ਉਹਦੀ ਵੀ ਜੈ ਜੈਕਾਰ ਕਰਾਂਗਾ। ਯਾਰ, ਚੰਗੇ ਨੂੰ ਚੰਗਾ ਤਾਂ ਕਹਿ ਲਓ, ਕਿਤੇ ਆਪਾਂ ਸਿਰ ਥੋੜ੍ਹਾ ਰਹਿਣਾ ਹੈ। ਤੁਸੀਂ ਕੀ ਸੋਚਦੇ ਹੋ ਕਿ ਆਪਾਂ ਇਸ ਦੇ ਮਾਲਕ ਹਾਂ? ਆਪਾਂ ਤਾਂ ਯਾਰ ਮਹਿਮਾਨ ਹੈ। ਤੇ ਮਹਿਮਾਨ ਆ ਕੇ ਮਾਲਕੀ ਦਿਖਾਉਣ ਲੱਗ ਪਏ ਤਾਂ ਕਿਤੇ ਨਾ ਕਿਤੇ ਉਹਦਾ ਨੁਕਸਾਨ ਹੋਊ। ਜੇ ਮਹਿਮਾਨ ਬਣ ਕੇ ਰਹੂ, ਕਿਤੇ ਨਾ ਕਿਤੇ ਕਾਮਯਾਬ ਹੋ ਜੂ। ਇਸ ਕਰਕੇ ਚੰਗਾ ਰੋਲ ਅਦਾ ਕੀਤਾ ਪੰਜਾਬ ਸਰਕਾਰ ਨੇ। ਇਸੇ 2 ਮਹੀਨੇ ਤੋਂ ਉੱਪਰ ਟਾਈਮ ਦਿੱਤਾ ਗਿਆ ਇਸ ਮੂਵਮੈਂਟ ਨੂੰ ਖੜੇ ਕਰਨ ਲਈ, ਤਾਂ ਹੀ ਹਿੰਦੁਸਤਾਨ ਦੀ ਆਵਾਜ਼ ਬਣਿਆ ਇਹ ਮੂਵਮੈਂਟ। ਇਹ ਗੱਲਾਂ ਯਾਦ ਰੱਖਣ ਵਾਲੀਆਂ। ਦੇਖੋ, ਚੰਗਾ ਕੀਤਾ ਤੇ ਚੰਗਾ ਕਹਿ ਲੈਣਾ ਚਾਹੀਦਾ ਆਪਾਂ। ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਕੈਪਟਨ ਸਰਕਾਰ ਸਾਡੇ ਨਾਲ ਨਹੀਂ, ਜਦਕਿ ਬਿਲਕੁਲ ਸਾਫ਼ ਤੌਰ ਤੇ ਦਿਖਿਆ ਕਿ ਕੈਪਟਨ ਸਰਕਾਰ ਜੇ 2 ਮਹੀਨੇ ਸਾਥ ਨਾ ਦਿੰਦੀ, ਜਾਂ ਟ੍ਰੇਨਾਂ ਰੁਕੀਆਂ ਜਾ ਰਹੀਆਂ, ਟ੍ਰੇਨਾਂ ਦੇ ਉੱਪਰ ਮੋਰਚੇ ਲੱਗੇ ਹੋਏ ਸੀ, ਜੇ ਨਾ ਸਰਕਾਰ ਸਾਥ ਦਿੰਦੀ ਤਾਂ ਉਹਦੇ ਬਾਰੇ ਤੁਸੀਂ ਕਹਿਣਾ
ਕਹਿਣਾ ਚਾਹੁੰਦੇ ਯਾਰ ਦੇਖੋ ਆਪੋ ਆਪਣੀ ਰਾਏ ਹੁੰਦੀ ਹੈ। ਹਰਿਆਣੇ ਦੇ ਹਾਲਾਤ ਤੁਹਾਨੂੰ ਦਿੰਦੇ ਹੀ ਆ, 307 ਵਰਗੀਆਂ ਧਾਰਾਂ ਲਾ ਦਿੱਤੀਆਂ, ਕਿੱਡੇ ਕਿੱਡੇ ਪਰਚੇ ਦਰਜ ਹੋ ਗਏ, ਕਿੱਡੇ ਕਿੱਡੇ ਹਾਲਾਤ ਜਿਹੜੇ ਡਾਮਾਡੋਲ ਹਰਿਆਣੇ ਦੇ ਕਰ ਦਿੱਤੇ। ਤੇ ਤੁਹਾਡੇ ਪੰਜਾਬ ਤਾਂ ਫੁੱਲਾਂ ਵਾਂਗੂ ਰੱਖਿਆ। ਗਰਮੀਆਂ ਹੁੰਦੀਆਂ ਸੀ, ਉੱਥੇ ਪੂਰੇ ਪ੍ਰਬੰਧ ਹੁੰਦੇ ਸੀ, ਪੁਲਿਸ ਪ੍ਰਸ਼ਾਸਨ ਨਾਲ ਸਾਥ ਦਿੰਦਾ ਸੀ, ਕਿਉਂਕਿ ਸੱਚਾਈ ਦੀ ਲੜਾਈ ਲਈ ਤਾਂ ਖੜਨਾ ਹੀ ਚਾਹੀਦਾ। ਦੇਖੋ ਇੱਕ ਦੋ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ, ਮੈਂ ਕਿਸੇ ਨੂੰ ਨਹੀਂ ਕਹਿੰਦਾ, ਕਿਉਂਕਿ ਤੁਹਾਡੇ ਆਪਣੇ ਵਿਚਾਰ ਹੈ, ਮੇਰੇ ਆਪਣੇ ਵਿਚਾਰ ਹੈ, ਸਾਡੀ ਸੋਚ ਵੱਖਰੀ ਹੋ ਸਕਦੀ। ਬੇਸਿਕਲੀ ਖਾਣਾ ਤਾਂ ਭੋਜਨ ਹੀ ਹੈ ਨਾ, ਚਾਹੇ ਕੋਈ ਪੁਲਿਸਮੈਨ ਹੈ, ਚਾਹੇ ਕੋਈ ਹੋਰ ਹੈ, ਚਾਹੇ ਮੈਂ ਕਹਿੰਦਾ ਕੋਈ CM PM ਹੈ, ਚਾਹੇ ਕੋਈ ਮਿਨਿਸਟਰ ਹੈ। ਇਸ ਕਰਕੇ ਭੋਜਨ ਦੀ ਜੰਗ ਹੈ, ਉਹਨਾਂ ਨੇ ਸਾਥ ਦਿੱਤਾ ਤੇ ਆਪਾਂ ਸਹੀ ਕਹਾਂਗੇ ਯਾਰ, ਮੈਂ ਤਾਂ ਕਹਾਂਗਾ ਤੇ ਤੁਹਾਡਾ ਮੀਡੀਆ ਵੀ ਇਹ ਗੱਲ ਕਹੇਗਾ ਕਿ ਯਾਰ ਜਿਹੜਾ ਸਹੀ ਉਹਨੂੰ ਸਹੀ ਕਹਿ ਲਈਏ, ਕਿਉਂਕਿ ਪੰਜਾਬ ਦੇ ਮੀਡੀਆ ਨੂੰ ਮੁਬਾਰਕਬਾਦ ਹੈ ਕਿ ਦੁਨੀਆ ਦੀ ਬਹੁਤ ਵੱਡੀ ਜੰਗ ਨੂੰ ਖੁੱਲ੍ਹ ਕੇ ਸਾਥ ਦਿੱਤਾ ਉਹਨਾਂ ਨੇ ਇਹੋ ਜਿਹੀ ਆਪਣੇ ਆਪ ਨੂੰ ਛਾਪ ਛੱਡੀ ਕਿ ਤੁਹਾਡੇ ਬੱਚੇ ਤੁਹਾਡੇ ਤੇ ਪ੍ਰਾਊਡ ਮਹਿਸੂਸ ਕਰਨਗੇ ਕਿ ਯਾਰ ਸਾਡੇ ਮਾਂ-ਬਾਪ ਉਸ ਵੇਲੇ ਪੱਤਰਕਾਰ ਸੀ ਔਰ ਉਹਨਾਂ ਨੇ ਉਹਨਾਂ ਲੋਕਾਂ ਦੀ ਆਵਾਜ਼ ਬਣੀ ਜਿਨ੍ਹਾਂ ਨੂੰ ਨੈਸ਼ਨਲ ਮੀਡੀਆ ਦੱਬਣ ਤੇ ਹੋਇਆ ਸੀ। ਤੁਸੀਂ ਖੁੱਲ੍ਹ ਕੇ ਬਾਹਰ ਹੋਏ ਹੋ, ਤੁਹਾਨੂੰ ਪਤਾ, ਮੇਰੇ ਨਾਲੋਂ ਵੱਧ ਮੇਰਾ ਖਿਆਲ ਤੁਹਾਨੂੰ ਪਤਾ, ਕਿਉਂਕਿ ਮੈਂ ਤਾਂ ਕਿਤੇ ਨਾ ਕਿਤੇ ਸ਼ਾਇਦ ਬਿਲਕੁਲ ਆਮ ਹੈ, ਤੁਸੀਂ ਤਾਂ ਇੱਕ ਉਹ ਕਹਿੰਦੇ ਨੇ ਆਂਕੜਾ ਲੈ ਕੇ ਚੱਲਦੇ ਹੋ ਨਾ, ਜਿਸ ਕਰਕੇ ਤੁਹਾਨੂੰ ਵੱਧ ਪਤਾ ਜੀ। ਹਾਂਜੀ, ਕਿੰਨੀ ਦੇਰ ਸੰਘਰਸ਼ ਚੱਲੇਗਾ ਤੁਹਾਨੂੰ ਲੱਗਦਾ ਹੋਵੇ? ਦੇਖੋ ਜੰਗ ਦੀ ਕਦੇ ਗਿਣਤੀ ਮਿਣਤੀ ਨਹੀਂ ਹੁੰਦੀ। ਜੰਗ ਸ਼ੁਰੂ ਹੋਣ ਦੀ ਡੇਟ ਤਾਂ ਫਿਕਸ ਹੋ ਸਕਦੀ, ਖਤਮ ਹੋਣ ਦੀ ਨਹੀਂ ਹੁੰਦੀ। ਉਹ ਤਾਂ ਇਹ ਕਿ ਜਦੋਂ ਜਿੱਤਾਂਗੇ ਫਿਰ ਠੀਕ ਹੈ, ਔਰ ਜੇ 6 ਮਹੀਨੇ ਹੋਰ ਵੀ ਲੱਗੇ ਤਾਂ ਬਹੁਤਾ ਫਰਕ ਨਹੀਂ ਪੈਂਦਾ ਸਾਡੇ ਵਾਲਿਆਂ ਨੂੰ। ਉਹ ਕਹਿੰਦੇ ਕਿ ਇੱਕ ਵਾਰੀ ਕਹਿੰਦੇ ਕਿਸੇ ਕਿਸਾਨ ਦੀ ਤਾਂ ਕਿਸੇ ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕਹਿੰਦੇ ਉਹਦੀ ਸ਼ਰਤ ਲੱਗ ਗਈ, ਕਹਿੰਦੇ ਭਾਈ ਦੇਖੀਏ ਕਿਹੜਾ ਲੇਟ ਉੱਠਦਾ। ਤੇ ਉਹ ਕਿਸਾਨ ਨੇ ਆਪਣੇ ਮੁੰਡੇ ਨੂੰ ਹਾਕ ਮਾਰੀ, ਉਹ ਕਹਿੰਦਾ ਓਏ ਕਣਕ ਸਾਂਭ ਕੇ ਫਲਾਣੇ ਡਰਮਾਂ 'ਚ ਪਾ ਲਈ, ਕੁਛ ਮੰਡੀ ਸਿੱਟਿਆ, ਤੂੜੀ ਫਲਾਣੇ ਕੋਠੇ 'ਚ ਪਾ ਦੀ। ਉਹ ਦੇਖੇ ਤਾਂ ਠਾ ਬਈ ਹਾਲੇ ਤਾਂ ਝੋਨੇ ਦੀ ਰੁੱਤ ਚੱਲਦੀ ਹੈ, ਇਹ ਝੋਨਾ ਵੱਢੂਗਾ ਫਿਰ ਕਣਕ ਬੀਜੂ, ਇਹ ਤਾਂ ਸਾਲ ਲਈ ਆ ਗਿਆ। ਇਸ ਕਰਕੇ ਸਾਡੇ ਵਾਲੇ ਬੰਦਿਆਂ ਨੂੰ ਇਹ ਨਹੀਂ ਹੁੰਦਾ ਕਿ ਕਿੰਨਾ ਚਿਰ ਚੱਲੂਗਾ, ਇਹਨਾਂ ਨੂੰ ਇਹ ਕਿ ਅਸੀਂ ਕਦੋਂ ਜਿੱਤ ਕੇ ਵਾਪਸ ਆਉਣਾ। ਤੇ ਜਿੱਤਣਾ ਤਾਂ ਹੈ ਹੀ ਹੈ, ਕਿਉਂਕਿ 1909 ਦਾ ਇਤਿਹਾਸ ਬੋਲ ਲਓ ਤੁਸੀਂ, ਉਦੋਂ ਵੀ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਦੋਂ ਮੂਵਮੈਂਟ ਚੱਲੀ ਸੀ 9 ਮਹੀਨੇ, ਪ੍ਰਗਟ ਆਪਣੇ ਸਰਦਾਰ ਭਗਤ ਸਿੰਘ ਉਹਨਾਂ ਦੇ ਚਾਚਾ ਜੀ ਤੇ ਪਿਤਾ ਜੀ ਨੇ ਚਲਾਈ ਸੀ, ਔਰ ਅੰਗਰੇਜ਼ਾਂ ਨੇ ਉਦੋਂ ਵੀ 3 ਕਾਨੂੰਨ ਲਿਆਂਦੇ ਸੀ ਔਰ ਵਾਪਸ ਹੋਏ ਸੀ। ਤੇ ਜਦੋਂ ਉਦੋਂ ਹੋ ਸਕਦੇ ਤਾਂ ਹੁਣ ਵੀ ਹੋਣਗੇ ਯਾਰ, ਇੰਨਾ ਕੁ ਫਰਕ ਹੈ। ਗੋਰੇ ਅੰਗਰੇਜ਼ ਸੀ, ਇਹ ਕਾਲੇ ਹੋ ਗਏ, ਸੋਚ ਬਦਲੀ ਹੈ ਨਾ, ਤੇ ਸੋਚ ਪੋਜ਼ਿਟਿਵ ਹੋ ਜਾਏ ਤਾਂ ਅੱਜ ਹੀ ਬਦਲ ਜਾਣੇ ਆ। ਇਸ ਕਰਕੇ ਟਾਈਮ ਫਿਕਸ ਨਹੀਂ, ਪਰ ਜਿੱਤਾਂਗੇ ਜ਼ਰੂਰ, ਇਹ ਤਾਂ ਬਿਲਕੁਲ ਕਲੀਅਰ ਹੈ। ਹਾਂਜੀ, 4 ਘੰਟੇ ਦੇ ਇਸ ਜਾਮ ਦੇ ਵਿੱਚ ਅੱਜ ਜਲੰਧਰ ਕੈਂਟ ਔਰ ਜਲੰਧਰ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਟ੍ਰੇਨ ਦਾ। ਨਾਲ ਆਮ ਲੋਕਾਂ ਇਹਨੇ ਸਹਿਯੋਗ ਦਿੱਤਾ, ਕੋਈ ਵੀ ਅਣਸੁਖਾਵੀ ਘਟਨਾ ਨਾ ਹੋਵੇ ਉਹਦੇ ਲਈ ਪ੍ਰਸ਼ਾਸਨ ਵੱਲੋਂ ਤੇ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ। ਅਨਿਲ ਕੁਮਾਰ ਦੇ ਨਾਲ ਮੈਂ ਮਨੀਸ਼ ਤੋਕੀ, ਪੰਜਾਬ ਦੈਨਿਕ ਨਿਊਜ਼।